ਕਿ ਬੱਚੀ ਕਿਸੇ ਦੇ ਨਾਲ ਰਾਤ ਬਿਤਾ ਕੇ ਆਈ ਸੀ ਜਾਂ ਫਿਰ ਇਹ ਤੋਂ ਡਰਦੀ ਮਾਰੀ ਕਿਤੇ ਗਈ ਸੀ। ਪਰ ਉਹ ਪਿਤਾ ਕਹਿ ਰਹੇ ਨਾ, ਕਹਿੰਦਾ ਕਿ ਮੈਂ ਜਦੋਂ ਦੇਖਿਆ, ਉਹ ਤਾਂ ਪਿਤਾ ਕਹਿ ਰਿਹਾ ਨਾ। ਇਹੋ ਜਿਹੇ ਕੇਸਿਸ ਸਾਹਮਣੇ ਆਉਂਦੇ ਆ ਜਿੱਥੇ ਖੁਦ ਪਿਤਾ ਆਪਣੀਆਂ ਹੀ ਧੀਆਂ ਨਾਲ ਗਲਤ ਕਰਦੇ ਨੇ। ਇਹ ਵੀ ਹੋ ਸਕਦਾ ਉਹਨੇ ਇਹਦੇ ਨਾਲ ਗਲਤ ਕੀਤਾ ਹੋਵੇ, ਇਹ ਤਾਂ ਰਿਪੋਰਟਸ ਦੱਸਣਗੇ। ਇਹ ਤਾਂ ਪੋਸੀਬਿਲਿਟੀਜ਼ ਦੀ ਗੱਲ ਕਰਦੇ ਆ ਤੇ ਉਹਨੂੰ ਚੁੱਪ ਕਰਾਉਣ ਦੀ ਖਾਤਰ ਉਹਨੂੰ ਮਾਰ ਦਿੱਤਾ ਹੋਵੇ। ਕੀ ਪਤਾ ਉਹਦੇ ਫਾਦਰ ਦਾ ਕੀ ਕਿਰਦਾਰ ਆ ਜਿਹੜੀ ਉਹਨੇ ਹੁਣ ਉਹਦੀ ਬਹੁਤ ਇੱਜ਼ਤ ਬਣ ਗਈ ਆ। ਵੈਸੇ ਗੱਲ ਆ, ਚਾਰ ਲੋਕ ਉਹਦੇ ਲਈ ਵਾਹ ਵਾਹ ਕਰ ਦੇਣਗੇ, ਪਰ ਕੀ ਸੁਸਾਇਟੀ ਦੇ ਲੋਕ ਜਿਹੜੇ ਸਿਆਣੇ ਨੇ, ਜਿਨ੍ਹਾਂ ਦੀਆਂ ਆਪਣੀਆਂ ਧੀਆਂ ਨੇ, ਚਾਹੇ ਉਹਨਾਂ ਦੀਆਂ ਧੀਆਂ ਗਲਤ ਰਾਹ 'ਤੇ ਵੀ ਪਈਆਂ ਹੋਣ, ਕੀ ਉਹ ਉਹਨੂੰ ਐਕਸੈਪਟ ਕਰਨਗੇ? ਇਨ ਰਿਐਲਿਟੀ 'ਚ ਨਹੀਂ ਕਰਨਗੇ। ਪਰ ਕਈ ਵਾਰ ਲੱਗਦਾ ਕਿ ਸਿਚੁਏਸ਼ਨਲ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਕਿ ਫਿਰ ਉਹ ਅਨਅਵੋਇਡੇਬਲ ਹੋ ਜਾਂਦੀਆਂ ਨੇ। ਪਹਿਲਾਂ ਤਾਂ ਪਤਾ ਕਰੋ ਵੀ ਕਿੱਥੇ ਰਹਿ ਕੇ ਆਇਆ ਹੈ, ਔਰ ਜੇਕਰ ਕਿਸੇ ਦੇ ਨਾਲ ਵੀ ਰਹਿ ਕੇ ਆਇਆ ਹੈ ਉਹਨੂੰ ਸਮਝਾਓ। ਮੈਂ ਤੁਹਾਡੇ ਚੈਨਲ ਤੇ ਗੱਲ ਕਰਦੀ ਹਾਂ, ਨੀਚੇ ਗਾਲਾਂ ਦੀ ਵਿਛਾੜ ਹੋ ਜਾਂਦੀ ਹੈ, ਬਟ ਆਈ ਡੋਂਟ ਕੇਅਰ ਅਬਾਊਟ ਦੈਟ। ਮੁੰਡੇ ਦਾ ਰੇਪ ਨਹੀਂ ਨਾ ਹੁੰਦਾ, ਮੁੰਡੇ ਦੇ ਸਿਰ ਦੇ ਉੱਤੇ ਇੱਜ਼ਤ ਦਾ ਭਾਰ ਵੀ ਨਹੀਂ ਹੁੰਦਾ, ਕੁੜੀ ਦੇ ਉੱਤੇ ਸਿਰ ਦੇ ਇੱਜ਼ਤ ਦਾ ਭਾਰ ਆ। ਕੁੜੀ ਨੇ ਲਵ ਮੈਰਿਜ ਕਰਾ ਲਈ, ਉਹਨੇ ਇੱਜ਼ਤ ਰੋਲਤੀ। ਮੁੰਡੇ ਨੇ ਲਵ ਮੈਰਿਜ ਕਰਾ ਲਈ, ਉਹਨੇ ਕੋਈ ਇੱਜ਼ਤ ਨਹੀਂ ਰੋਲੀ। ਔਰ ਕਈ ਤਾਂ ਇੱਥੇ ਤੱਕ ਆ ਕਿ ਦੂਜੇ ਦੀ ਕੁੜੀ ਨੂੰ ਭਜਾ ਕੇ ਲਿਆਇਆ। ਇਹ ਤਾਂ ਸਾਡਾ ਮਾਣ ਉੱਚਾ ਕੀਤਾ, ਭਜਾ ਕੇ ਲਿਆਇਆ, ਭੱਜ ਕੇ ਤਾਂ ਨਹੀਂ ਗਿਆ। ਇੱਜ਼ਤ ਦੀਆਂ ਬੇੜੀਆਂ ਫਿਰ ਸਾਡੇ ਗੱਲ ਦੇ ਵਿੱਚ ਕਿਉਂ ਪਾਈਆਂ ਜਾਂਦੀਆਂ? ਇਹ ਇੱਜ਼ਤ ਹੈ ਕੀ ਆ? ਜੇ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੁੰਦੇ, ਇਸ ਅਵਸਥਾ ਦੇ ਵਿੱਚ ਤੁਸੀਂ ਹੁੰਦੇ, ਐਵੇਂ ਤੁਸੀਂ ਵੇਖ ਲੈਂਦੇ ਬੱਚਿਆਂ ਨੂੰ ਆਪਣਿਆਂ ਨੂੰ, ਕੀ ਤੁਹਾਡਾ ਕੀ ਰਿਐਕਸ਼ਨ ਹੋਣਾ ਸੀ? ਮੈਂ ਜੇ ਇੱਕ ਮਾਂ ਬਣ ਕੇ ਆਪਣੇ ਬੱਚੇ ਨੂੰ ਦੇਖਦੀ ਤਾਂ ਪਹਿਲਾਂ ਮੈਂ ਉਹਨੂੰ ਅੰਡਰਸਟੈਂਡ ਕਰਦੀ ਕਿ ਮੇਰੇ ਵੱਲੋਂ ਕੀ ਕਮੀ ਰਹਿ ਗਈ ਆ। ਫਿਰ ਮੈਂ ਉਹਨੂੰ ਕਾਉਂਸਲ ਕਰਦੀ ਕਿ ਲਿਟਰੇਸੀ ਰੇਟ ਬਹੁਤ, ਇਹ ਵੀ ਪੜ੍ਹੇ ਲਿਖੇ ਹੀ ਹੋਣਗੇ, ਪਰ ਇਹਨਾਂ ਨੇ ਸਿਰਫ ਸਕੂਲਾਂ ਦੇ ਵਿੱਚ ਜਾ ਕੇ ਕਿਤਾਬਾਂ ਕਾਲੀਆਂ ਕੀਤੀਆਂ ਹੋਣਗੀਆਂ। ਇਹਨਾਂ ਦੇ ਵਿਜ਼ਨ ਦਾ ਵਿਕਾਸ ਨਹੀਂ ਹੋਇਆ। ਕਈ ਗੁਰਸਿੱਖ ਵੀ ਲੱਗੇ ਹੋਏ ਨੇ ਇਹੋ ਜਿਹੀਆਂ ਗੱਲਾਂ ਕਰਨ, ਉਹ ਸਿਰਫ ਗੁਰਬਾਣੀ ਨੂੰ ਉਹ ਖਾਨਾ ਪੂਰਤੀ ਕਰਦੇ ਹੋਣਗੇ ਨਿਤਨੇਮ ਦਾ। ਉਹਨਾਂ ਨੇ ਕਦੇ ਗੁਰਬਾਣੀ ਵਿਚਾਰ ਕੇ ਨਹੀਂ ਦੇਖੀ ਹੋਗੀ, ਕਿਉਂਕਿ ਜੇ ਤੁਸੀਂ ਗੁਰਬਾਣੀ ਵਿਚਾਰੋਗੇ ਤਾਂ ਤੁਹਾਡੇ ਅੰਦਰ ਦਿਆਲਤਾ ਦੀ ਭਾਵਨਾ, ਤੁਹਾਡੇ ਅੰਦਰ ਸਬਰ ਬਹੁਤ ਜ਼ਿਆਦਾ ਆ ਜਾਂਦਾ। ਪਾਣੇ ਦੇ ਵਿੱਚ ਸੀ ਤੇ ਫਿਰ ਉਹ ਖਾਲਸਾ ਤਾਂ ਹੈ ਨਹੀਂ, ਕਿਉਂਕਿ ਖਾਲਸਾ ਸੋਏ ਜੋ ਪੰਚ ਕੋ ਮਾਰੇ, ਔਰ ਪੰਚ ਦੇ ਵਿੱਚ ਕੀ ਆਉਂਦਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਔਰ ਮੈਨੂੰ ਲੱਗਦਾ ਕਿ ਜਿੰਨੇ ਕਮੈਂਟ ਵੀ ਕਰ ਰਹੇ ਨੇ, ਰੱਬ ਨਾ ਕਰੇ ਕੋਈ ਇਹੋ ਜਿਹੀ ਸਿਚੁਏਸ਼ਨਲ ਉਹ ਚੀਜ਼ ਆ ਜਾਵੇ, ਤਾਂ ਉਹਨਾਂ ਦਾ ਰਿਐਕਸ਼ਨ ਮੈਨੂੰ ਲੱਗਦਾ ਨਹੀਂ ਕਿ ਸਾਰਿਆਂ ਦਾ ਇਕੁਅਲ ਹੀ ਹੋਊਗਾ, ਸੇਮ ਨਹੀਂ ਹੋਊਗਾ। ਜਿਹੜੇ ਗੁੱਡ ਜੌਬ ਲਿਖ ਰਹੇ ਨੇ, ਜੋ ਜਸਟੀਫਾਈ ਕਰ ਰਹੇ ਨੇ, ਉਹ ਨਹੀਂ ਹੋਊਗਾ। ਮੈਂ ਇੱਕ ਕਮੈਂਟ ਪੜ੍ਹ ਰਿਹਾ ਸੀ, ਕਿਸੇ ਸੱਜਣ ਨੇ ਲਿਖਿਆ ਹੋਇਆ ਸੀ, ਕਹਿੰਦੇ ਵਧੀਆ ਕੀਤਾ, ਸੌਦਾ ਲਾ ਦਿੱਤਾ, ਔਰ ਕਹਿੰਦੇ ਹੁਣ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਕਹਿੰਦੇ ਕੁੜੀਆਂ ਸੁਧਰ ਜਾਣ। ਸਾਰਿਆਂ ਨੂੰ ਪਤਾ ਆ ਰੇਪ ਦੀ, ਮਰਡਰ ਦੀ ਸਜ਼ਾ ਫਾਂਸੀ ਤੱਕ, ਕਿੰਨੇ ਕੁ ਹਟ ਜਾਂਦੇ ਆ ਕਰਨ। ਜਿਹੜੀ ਕੋਈ ਪੰਜਾਬ ਦੀ ਉਹ ਸਾਈਕੋਲੋਜੀ ਵੀ ਤਾਂ ਹੈਗੀ ਹੈ ਨਾ ਕਿ ਪਿਓ ਦੀ ਪੱਗ ਨੂੰ ਦਾਗ ਲਾਤਾ ਕੁੜੀ ਦੀ, ਤਾਂ ਉਹ ਕਿਵੇਂ ਦਾਗ ਕਹਿੰਦੇ ਮਿਟਾਉਣਾ, ਤਾਂ ਉਹ ਫਿਰ ਦਾਗ ਤਾਂ ਕਹਿੰਦੇ ਮਰਡਰ ਕਰਕੇ ਹੀ ਮਿਟਿਆ। ਪੱਗ ਦਾ ਜੁਮਾ ਫਿਰ ਧੀਆਂ ਦੇ ਉੱਤੇ ਕਾਤੇ, ਪੁੱਤਰ ਦੇ ਕਾਤੇ ਨਹੀਂ ਹੈ। ਔਰਤ ਜੰਮਦੀ ਆ, ਉਹ ਪਿਓ ਦੇ ਅਧੀਨ ਆ, ਥੋੜੀ ਜਿਹੀ ਵੱਡੀ ਹੁੰਦੀ ਆ, ਉਹ ਭਰਾ ਦੇ ਅਧੀਨ ਆ, ਵਿਆਹ ਕਰ ਦਿੱਤਾ ਜਾਂਦਾ ਪਤੀ ਦੇ ਅਧੀਨ ਆ, ਮਾਂ ਬਣ ਜਾਂਦੀ ਆ ਪੁੱਤਰ ਦੇ ਅਧੀਨ। ਉਹ ਸਾਰੀ ਜ਼ਿੰਦਗੀ ਉਹਦੀ ਅਧੀਨਗੀ ਖਤਮ ਨਹੀਂ ਹੁੰਦੀ, ਇੱਜ਼ਤ ਉਹਨਾਂ ਦੀ ਹੁੰਦੀ ਆ ਮਰਦਾਂ। ਸੋ ਮੈਂ ਤਾਂ ਖੁੱਲ੍ਹ ਕੇ ਉਸ ਚੀਜ਼ ਦੇ ਵਿਰੁੱਧ ਹੈਗੀ ਆ। ਘਟਨਾ ਤੋਂ ਬਾਅਦ 6ਵੀਂ 7ਵੀਂ ਕਲਾਸ ਦੀਆਂ ਜਿਹੜੀ ਕੁੜੀਆਂ ਨੇ, ਕਹਿੰਦੇ ਉਹਨਾਂ ਤੱਕ ਜ਼ਰੂਰ ਮੈਸੇਜ ਚਲਾ ਜਾਵੇ। ਬੱਚੇ ਡਰਨਗੇ, ਬਲਕਿ ਬੱਚਿਆਂ ਦੀ ਜਿਹੜੀ ਆਪਣੇ ਪੇਰੈਂਟਸ ਦੇ ਨਾਲ ਬੌਂਡ ਆ ਉਹ ਖਤਰੇ 'ਚ ਆ ਸਕਦੀ ਆ। ਪਿਓ ਨੂੰ ਕੰਡੈਮ ਕੀਤਾ ਜਾ ਰਿਹਾ ਹੈ, ਜੀ। ਕੋਸਿਆ ਜਾ ਰਿਹਾ ਹੈ। ਕਈ ਵਾਰ ਤਾਂ ਔਰਤਾਂ ਹੀ ਔਰਤਾਂ ਦਾ ਦੁਸ਼ਮਣ ਬਣ ਜਾਂਦੀਆਂ ਨੇ। ਐਗਜ਼ਾਮਪਲਸ ਵੀ ਆਪਣੇ ਕੋਲ ਹੈਗੀਆਂ ਨੇ ਅੱਜ ਵੀ। ਉਹ ਜੇ ਕਈ ਲੋਕ ਜਿਉਂਦੇ ਨੇ ਜਿਨ੍ਹਾਂ ਨੇ ਆਪਣੀਆਂ ਧੀਆਂ ਮਰਵਾਤੀਆਂ ਸੀਗੀਆਂ ਔਰ ਵੱਡੇ ਵੱਡੇ ਲੀਡਰ ਬਣੇ ਬੈਠੇ ਨੇ। ਤੇ ਇਹ ਪੈਮਾਨੇ ਲੱਗ ਕੇ ਹੋ ਜਾਂਦੇ ਨੇ, ਮੁੰਡਿਆਂ ਦੇ ਵਾਸਤੇ ਇਹ ਵੱਖ ਹੋ ਜਾਂਦੇ ਨੇ, ਕੁੜੀਆਂ ਵਾਸਤੇ ਇਹ ਵੱਖ ਹੋ ਜਾਂਦੇ ਨੇ। ਅੰਮ੍ਰਿਤਸਰ ਦੇ ਵਿੱਚ ਵਾਪਰੀ ਘਟਨਾ ਨੇ ਸਭ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ ਪਿਓ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਆਪਣੀ ਧੀ ਦਾ ਕਤਲ ਕੀਤਾ ਗਿਆ। ਕਾਰਨ ਇਹ ਸੀ ਕਿ ਧੀ ਨੇ ਇੱਕ ਰਾਤ ਬਾਹਰ ਗੁਜ਼ਾਰੀ, ਔਰ ਜਦੋਂ ਅਗਲੇ ਦਿਨ ਉਹ ਘਰ ਪਰਤਦੀ ਹੈ, ਔਰ ਜਦੋਂ ਪਿਤਾ ਆਪਣੀ ਧੀ ਨੂੰ ਕਿਸੇ ਗੈਰ ਮਰਦ ਦੇ ਨਾਲ ਵੇਖਦਾ ਹੈ, ਤਾਂ ਗੁੱਸੇ ਦੇ ਵਿੱਚ ਆ ਕੇ ਘਰ ਦਾ ਸ਼ਟਰ ਡਾਊਨ ਕਰਦਾ ਹੈ, ਕੁੱਟਮਾਰ ਕਰਦਾ ਹੈ, ਔਰ ਫਿਰ ਉਸ ਨੂੰ ਆਪਣੇ ਮੋਟਰਸਾਈਕਲ ਦੇ ਨਾਲ ਬੰਨ੍ਹ ਕੇ ਦੂਰ ਤੱਕ ਘੜੀਸ ਕੇ ਲੈ ਕੇ ਜਾਂਦਾ ਹੈ, ਔਰ ਫਿਰ ਰੇਲ ਦੀ ਪਟੜੀ ਦੇ ਕੋਲ ਉਸ ਦੀ ਲਾਸ਼ ਨੂੰ ਛੱਡ ਦਿੰਦਾ ਹੈ।
ਇਸ ਪੂਰੇ ਮਾਮਲੇ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਖਰੀ ਵਿਚਾਰ ਚਰਚਾ ਸ਼ੁਰੂ ਹੋ ਚੁੱਕੀ ਹੈ, ਜਾਂ ਕਹਿ ਲਓ ਕਿ ਜਿਹੜੇ ਫੇਸਬੁੱਕ ਦੇ ਕੁਝ ਬੁੱਧੀਜੀਵੀ ਨੇ ਉਹ ਆਪਣੇ ਆਪਣੇ ਤਰਕ ਦੇ ਰਹੇ ਨੇ। ਖਾਸ ਤੌਰ ਦੇ ਉੱਤੇ ਇਸ ਪੂਰੀ ਘਟਨਾ ਦੇ ਉੱਤੇ ਜੇ ਅਸੀਂ ਕਮੈਂਟਸ ਵੇਖੀਏ ਤਾਂ ਉਸ ਦੇ ਵਿੱਚ ਸਾਨੂੰ ਇੱਕ ਹੀ ਲਫ਼ਜ਼ ਦੇਖਣ ਨੂੰ ਔਰ ਪੜ੍ਹਨ ਨੂੰ ਮਿਲ ਰਿਹਾ ਹੈ, ਉਹ ਹੈ ਗੁੱਡ ਜੌਬ। ਇਹ ਗੁੱਡ ਜੌਬ ਕਿਸ ਵਾਸਤੇ ਲਿਖਿਆ ਜਾ ਰਿਹਾ ਹੈ, ਕਿਉਂ ਇਸ ਘਟਨਾ ਨੂੰ ਜਸਟੀਫਾਈ ਕੀਤਾ ਜਾ ਰਿਹਾ ਹੈ, ਇਸ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਣੀ ਮੌਜੂਦ ਨੇ। ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਘਟਨਾ ਦੇਖੀ ਤੁਸੀਂ ਵੀ ਕਮੈਂਟਸ ਪੜ੍ਹੇ ਹੋਣਗੇ। ਯੈਸ, ਹਰ ਕਮੈਂਟ ਗੁੱਡ ਜੌਬ ਦਾ ਹੈ। ਵੈਰੀ ਅਨਫੋਰਚੂਨੇਟ। ਇਹ ਦਿਖਾ ਰਿਹਾ ਕਿ ਮੈਂ ਖੁਦ ਉਹ ਦੇਖ ਕੇ ਹੈਰਾਨ ਆ ਕਿ ਕੀ ਇਹ ਸਾਡਾ ਪੰਜਾਬ ਹੈ। ਪੰਜਾਬ ਦੇ ਲੋਕ ਇਹਨੇ ਇਨਸੈਂਸਿਟਿਵ ਹੋ ਗਏ ਆ ਕਿ ਇੱਕ ਪਿਓ ਵੱਲੋਂ ਧੀ ਦੇ ਮਰਡਰ ਨੂੰ ਉਹ ਗੁੱਡ ਜੌਬ ਕਹਿ ਰਹੇ ਨੇ, ਔਰ ਉਹ ਵੀ ਬੇਕਦਰੀ ਦੇ ਨਾਲ। ਮੈਂ ਇੱਥੇ ਕੋਟ ਕਰਨਾ ਚਾਹਾਂਗੀ ਕਿ ਜਦੋਂ ਕਿਤੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਵਾਰ ਲੱਗਦੀ ਆ, ਉਦੋਂ ਵੀ ਜਿਹੜਾ ਦੂਜੇ ਸਾਈਡ ਦਾ ਕੋਈ ਸ਼ਹੀਦ ਹੋ ਜਾਂਦਾ ਆ, ਦੂਸਰੀ ਸਟੇਟ ਦਾ, ਕੰਟਰੀ ਦਾ ਕੋਈ ਸੋਲਜਰ, ਤਾਂ ਉਹਨੂੰ ਵੀ, ਉਹਦੀ ਲਾਸ਼ ਨੂੰ ਵੀ ਇੱਜ਼ਤ ਦੇ ਨਾਲ ਉਹਦੇ ਦੇਸ਼ ਪਹੁੰਚਾਇਆ ਜਾਂਦਾ ਆ, ਜਾਂ ਉਹਨਾਂ ਦਾ ਜਿਵੇਂ ਵੀ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਬਰੀ ਕਰਦੇ ਜਾਂ ਸੰਸਕਾਰ ਕਰਦੇ ਨੇ। ਤੇ ਇੱਥੇ ਪਿਓ ਨੇ ਧੀ ਨੂੰ ਸਿਰਫ ਮਾਰਿਆ ਨਹੀਂ ਗਾ, ਉਹਦੀ ਲਾਸ਼ ਦੀ ਬੇਕਦਰੀ ਕੀਤੀ ਆ, ਔਰ ਉੱਪਰ ਦੀ ਇਹ ਸੁਨੇਹਾ ਦਿੱਤਾ ਕਿ ਇਸ ਤਰ੍ਹਾਂ ਕਰਕੇ ਮੈਂ ਹੋਰ ਸਕੂਲ ਜਾਣ ਵਾਲੀਆਂ ਬੱਚੀਆਂ ਨੂੰ ਬਚਾਇਆ ਆ। ਹੁਣ ਸਵਾਲ ਇਹ ਆ ਕਿ ਉਹਨੇ ਬਚਾਇਆ ਆ ਜਾਂ ਡਰਾਇਆ ਆ, ਕਿਉਂਕਿ ਬਚਾਉਣ ਦੇ ਹੋਰ ਵੀ ਤਰੀਕੇ ਆ। ਜੇ ਉਹਨੂੰ ਲੱਗਦਾ ਸੀ, ਪਹਿਲਾਂ ਤਾਂ ਇਹ ਨਹੀਂ ਕਲੀਅਰ ਹੈਗਾ ਕਿ ਬੱਚੀ ਕਿਸੇ ਦੇ ਨਾਲ ਰਾਤ ਬਿਤਾ ਕੇ ਆਈ ਸੀ ਜਾਂ ਫਿਰ ਇਹ ਤੋਂ ਡਰਦੀ ਮਾਰੀ ਕਿਤੇ ਗਈ ਸੀ। ਵੀ ਡੋਂਟ ਨੋ ਦੀ ਰਿਐਲਿਟੀ। ਸੋ ਦੇयर ਆਰ ਪੋਸੀਬਿਲਿਟੀਜ਼ ਕਿ ਹੋ ਸਕਦਾ ਬੱਚੀ ਇਹ ਤੋਂ ਡਰਦੀ ਮਾਰੀ ਕਿਸੇ ਫਰੈਂਡ ਕੋਲ ਹੀ ਗਈ ਹੋਵੇ, ਕਿਸੇ ਰਿਸ਼ਤੇਦਾਰ ਦੇ ਘਰ ਹੀ ਹੋਵੇ। ਪਰ ਉਹ ਪਿਤਾ ਕਹਿ ਰਿਹਾ ਨਾ, ਕਹਿੰਦਾ ਕਿ ਮੈਂ ਜਦੋਂ ਦੇਖਿਆ, ਉਹ ਤਾਂ ਪਿਤਾ ਕਹਿ ਰਿਹਾ ਨਾ, ਆਪਾਂ ਨੂੰ ਰਿਐਲਿਟੀ ਨਹੀਂ ਨਾ ਪਤਾ ਹੈਗੀ। ਹੁਣ ਇਹੋ ਜਿਹੇ ਕੇਸਿਸ ਸਾਹਮਣੇ ਆਉਂਦੇ ਆ ਜਿੱਥੇ ਖੁਦ ਪਿਤਾ ਆਪਣੀਆਂ ਹੀ ਧੀਆਂ ਨਾਲ ਗਲਤ ਕਰਦੇ ਨੇ, ਤੇ ਫਿਰ ਉਹਨਾਂ ਨੂੰ ਦਬਾਉਣ ਦੀ ਖਾਤਰ। ਹੁਣ ਜਲੰਧਰ ਦੇ ਵਿੱਚ ਸੀਗਾ ਪਿਛਲੇ ਸਾਲ ਦਾ ਕੇਸ ਹੈਗਾ, ਜਿੱਥੇ ਫਾਦਰ ਨੇ ਆਪਣੀ ਬੱਚੀ ਦੇ ਨਾਲ ਕੁਕਰਮ ਕੀਤਾ, ਫਿਰ ਬੱਚੀ ਪ੍ਰੈਗਨੈਂਟ ਹੋ ਗਈ, ਫਿਰ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਵੀ ਹੋ ਸਕਦਾ ਉਹਨੇ ਇਹਦੇ ਨਾਲ ਗਲਤ ਕੀਤਾ ਹੋਵੇ। ਇਹ ਤਾਂ ਰਿਪੋਰਟਸ ਦੱਸਣਗੇ, ਇਹ ਤਾਂ ਪੋਸੀਬਿਲਿਟੀਜ਼ ਦੀ ਗੱਲ ਕਰਦੇ ਆ। ਤੇ ਉਹਨੂੰ ਚੁੱਪ ਕਰਾਉਣ ਦੀ ਖਾਤਰ ਉਹਨੂੰ ਮਾਰ ਦਿੱਤਾ ਹੋਵੇ। ਤੁਹਾਨੂੰ ਲੱਗਦਾ ਇਸ ਥੋਰੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ? ਬਿਲਕੁਲ, ਇਹਦੇ ਵਿੱਚ ਬਿਲਕੁਲ ਹਰ ਚੀਜ਼ ਦੀ ਹੋਣੀ ਚਾਹੀਦੀ ਆ। ਬੱਚੀ ਦਾ ਮੈਡੀਕਲ ਵੀ ਹੋਣਾ ਚਾਹੀਦਾ ਆ। ਕੱਲ ਪੇਸ਼ੀ ਦੇ ਵਾਸਤੇ ਲੈ ਕੇ ਆ ਰਹੇ ਸੀ, ਜਿੰਨੀ ਕੁ ਗੱਲ ਉਹ ਪਿਤਾ ਨੇ ਬੋਲੀ ਹੈ, ਉਹ ਕਹਿੰਦੇ ਮੈਂ ਅਣਖ ਦੇ ਖਾਤਰ ਮਾਰ ਦਿੱਤਾ। ਇਹ ਅਣਖ ਕਿਹੜੀ ਹੈ? ਇਹ ਕਿਹੜੀ ਅਣਖ ਹੈ ਜਿਹੜੀ ਇੱਕ ਪਿਓ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੀ ਹੈ ਕਿ ਤੁਸੀਂ ਆਪਣੀ ਕੁੜੀ ਦਾ ਹੀ ਕਤਲ ਕਰ ਦਿਓ? ਜਿਨ੍ਹਾਂ ਦੇ ਲਈ ਇਹੋ ਜਿਹੀਆਂ ਅਣਖਾਂ ਪਿਆਰੀਆਂ ਨੇ ਉਹ ਪਿਓ ਨਹੀਂ ਹੁੰਦੇ, ਕਿਉਂਕਿ ਪਿਓ ਮਾਪੇ ਆ ਨਾ ਜਿਹੜੇ, ਉਹ ਰੱਬ ਦਾ ਦੂਜਾ ਰੂਪ ਹੁੰਦੇ ਨੇ। ਰੱਬ ਕਦੇ ਸਾਨੂੰ ਮਾਰਦਾ ਨਹੀਂ ਗਾ, ਰੱਬ ਸਾਨੂੰ ਬਚਾਉਂਦਾ ਹੈ, ਉਹ ਸਾਨੂੰ ਪ੍ਰੋਟੈਕਟ ਕਰਦਾ ਆ, ਉਹ ਸਾਨੂੰ ਸਿੱਖਿਆ ਦਿੰਦਾ ਜ਼ਿੰਦਗੀ ਦੀ ਵੀ, ਅਸੀਂ ਜ਼ਿੰਦਗੀ ਦੇ ਵਿੱਚ ਕਿਵੇਂ ਅੱਗੇ ਵਧਣਾ। ਜੇਕਰ ਬੱਚੇ ਭਟਕ ਵੀ ਜਾਂਦੇ ਆ ਤਾਂ ਵੀ ਮਾਪੇ ਉਹਨਾਂ ਨੂੰ ਸਹੀ ਰਾਹ 'ਤੇ ਲੈ ਕੇ ਆਉਂਦੇ ਨੇ, ਬਹੁਤ ਸਾਰੇ ਬੱਚਿਆਂ ਨੂੰ ਮੌਕੇ ਦਿੰਦੇ ਨੇ, ਉਹਨਾਂ ਨੂੰ ਸਮਝਾਉਂਦੇ ਆ। ਔਰ ਜੇ ਇਹ ਅਣਖ ਦੀ ਗੱਲ ਕਰਦਾ, ਇਹਦਾ ਮਤਲਬ ਇਹਦੀ ਜੇ ਉਹ ਅਣਖ ਦੀ ਗੱਲ ਕਰਦਾ ਕਿ ਉਹ ਤੇ ਬੱਚਾ ਗਲਤ ਰਾਹ 'ਤੇ ਪਿਆ, ਤਾਂ ਉਹਦੇ ਵਿੱਚ ਤਾਂ ਇਹਦੀ ਪਰਵਰਿਸ਼ ਦੇ ਵਿੱਚ ਹੀ ਕਮੀ ਰਹੀ ਆ। ਔਰ ਨਾਲ ਹੀ ਉਹ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਅੱਜ ਤੋਂ ਬਾਅਦ ਸ਼ਾਇਦ ਲੱਗਦਾ ਹੈ ਕਿ ਇਹ ਘਟਨਾ ਤੋਂ ਬਾਅਦ 6ਵੀਂ 7ਵੀਂ ਕਲਾਸ ਦੀਆਂ ਜਿਹੜੀ ਕੁੜੀਆਂ ਨੇ, ਕਹਿੰਦੇ ਉਹਨਾਂ ਤੱਕ ਜ਼ਰੂਰ ਮੈਸੇਜ ਚਲਾ ਜਾਊਗਾ। ਨਹੀਂ, ਕੋਈ ਮੈਸੇਜ ਨਹੀਂ ਜਾਏਗਾ ਇਹਦੇ ਨਾਲ। ਬੱਚੇ ਡਰਨਗੇ, ਬਲਕਿ ਬੱਚਿਆਂ ਦੀ ਜਿਹੜੀ ਆਪਣੇ ਪੇਰੈਂਟਸ ਦੇ ਨਾਲ ਬੌਂਡ ਆ ਉਹ ਖਤਰੇ 'ਚ ਆ ਸਕਦੀ ਆ। ਤਰੀਕੇ ਬਹੁਤ ਹੁੰਦੇ ਆ ਸਾਡੀ ਸੋਸ਼ਲਾਈਜੇਸ਼ਨ, ਇਹ ਝੂਠੀ ਅਣਖ, ਰੈਪੂਟੇਸ਼ਨ, ਮੈਨੂੰ ਨਹੀਂ ਪਤਾ। ਮੈਂ ਤਾਂ ਹਮੇਸ਼ਾ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੀ ਆ ਰਹੀ ਹਾਂ। ਅਸੀਂ ਸਰਕਾਰਾਂ ਨੂੰ ਬਹੁਤ ਬਲੇਮ ਕਰਦੇ ਹਾਂ, ਪਰ ਲੜਾਈ ਸਾਡੇ ਸਮਾਜ ਦੇ ਨਾਲ ਆ। ਸਾਡੀ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਮੇਰੀ ਲੜਾਈ ਸਮਾਜ ਦੀਆਂ ਬੁਰਾਈਆਂ ਦੇ ਨਾਲ ਆ। ਸਰਕਾਰਾਂ ਤਾਂ ਸਮਾਜ ਦੇ ਸ਼ੀਸ਼ਾ ਹੁੰਦੀਆਂ ਨੇ, ਆਉਂਦੀਆਂ ਜਾਂਦੀਆਂ, ਬਿਲਕੁਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਸਮਾਜ ਆ ਜਿਹਨੂੰ ਸਮੇਂ ਦੇ ਅਨੁਸਾਰ ਬਦਲਣਾ ਪੈਂਦਾ ਆ। ਔਰ ਅਸੀਂ ਪੰਜਾਬ ਤਾਂ ਵੈਸੇ ਵੀ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ, ਜਿਹੜਾ ਗੁਰੂਆਂ ਪੀਰਾਂ ਦੇ ਨਾਂ ਦੇ ਉੱਤੇ ਚੱਲਦਾ, ਜਿਨ੍ਹਾਂ ਨੇ ਸਾਡੇ ਅੰਦਰ ਦਇਆ ਭਰੀ ਆ, ਕਾਈਂਡਨੈਸ ਭਰੀ ਆ। ਔਰ ਕਾਈਂਡਨੈਸ ਕਿਸੇ ਵੀ ਅਣਖ ਤੋਂ ਉੱਤੇ ਹੁੰਦੀ ਆ। ਸੋ ਜੇਕਰ ਉਹਨਾਂ ਨੂੰ ਲੱਗਿਆ ਵੀ ਸੀਗਾ ਕਿ ਮੰਨ ਲਓ ਕਿ ਬੱਚਾ ਗਲਤ ਰਾਹ 'ਤੇ ਪੈ ਗਿਆ, ਬੱਚੇ ਨੂੰ ਸਮਝਾਇਆ ਜਾ ਸਕਦਾ ਸੀ, ਬੱਚੇ ਨੂੰ ਪਿਆਰ ਨਾਲ ਹੈਂਡਲ ਕੀਤਾ ਜਾ ਸਕਦਾ ਸੀ,
ਔਰ ਜੇ ਉਹਨਾਂ ਨੂੰ ਲੱਗਦਾ ਸੀ ਜੇ ਵਾਕਈ ਐਗਜ਼ਾਮਪਲ ਉਹ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਸੀ ਹੀ ਕੁਡ ਹੈਵ ਕੰਡਕਟਡ ਦੀ ਸੈਮੀਨਾਰਸ ਇਨ ਦੀ ਸਕੂਲਸ, ਬੱਚਿਆਂ ਨੂੰ ਅਵੇਅਰ ਕਰ ਸਕਦੇ ਸੀ ਬੱਚੇ ਤੁਹਾਡੇ ਲਈ ਆ ਚੀਜ਼ ਸਹੀ ਆ ਤੁਹਾਡੇ ਲਈ ਗਲਤ ਆ। ਜੀ ਜੀ। ਸੋ ਦਿਸ ਇਜ਼ ਨਾਟ ਦੀ ਵੇ। ਕਿਉਂਕਿ ਹਰਿਆਣੇ ਦੀ ਆਪਾਂ ਐਗਜ਼ਾਮਪਲ ਦਿੰਦੇ ਹੁੰਦੇ ਸੀ ਹਨਾ ਕਿ ਖਾ ਪੰਚਾਇਤ ਔਰ ਔਨਰ ਕਿਲਿੰਗ ਜਿਸ ਤਰੀਕੇ ਦੇ ਨਾਲ ਉਦੋਂ ਹੋਈਆਂ, ਉਹ ਥੋੜੀ ਡਿਫਰੈਂਟ ਚੀਜ਼ ਆ। ਜੇ ਆਪਾਂ ਇਹ ਪਹਿਲੀ ਗੱਲ ਆ ਕਿ ਦਿਸ ਗਰਲ ਵਾਜ਼ ਮਾਈਨਰ, ਉਹ ਚਾਈਲਡ ਆ, ਅੰਡਰ 18 ਜਿਹੜਾ ਵੀ ਹੈਗਾ ਜਾਂ ਪਰਸਨ ਅੰਡਰ 18 ਆ ਉਹ ਸਾਰੇ ਮਾਈਨਰ ਨੇ ਜੀ। ਸੋ ਉਹ ਜਿਹੜੀ ਆਪਾਂ ਆਨਰ ਕਿਲਿੰਗ ਵਾਲਾ ਕਨਸੈਪਟ ਲੈਂਦੇ ਆ ਇਹ ਜਿਹਦੇ ਨਾਲ ਇਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਅਬਵ 18 ਦੇ ਉੱਤੇ ਆ। ਜੋ ਆਪਾਂ ਜੇ ਆਪਾਂ ਪੁਰਾਣੀਆਂ ਸੁਪਰੀਮ ਕੋਰਟ ਦੀਆਂ ਜਜਮੈਂਟਸ ਵੀ ਦੇਖ ਲਈਏ, ਸ਼ਕਤੀ ਵੈਨੀ ਨਾਂ ਦੀ ਜਿਹੜੀ NGO ਸੀਗੀ ਜਿਹਨੇ ਮੇਨ ਇਸ ਚੀਜ਼ ਨੂੰ ਰੇਜ਼ ਕੀਤਾ ਸੀਗਾ ਕਿ ਇੰਡੀਆ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਤਾਂ ਉਹਨਾਂ ਦੇ ਵਿੱਚ ਮੋਸਟਲੀ ਕੀ ਹੁੰਦਾ ਸੀ ਜਾਂ ਇੰਟਰਕਾਸਟ ਜਿਨ੍ਹਾਂ ਦੇ ਵਿੱਚ ਖਾਪ ਪੰਚਾਇਤ ਰਾਜਸਥਾਨ ਜਾਂ ਹਰਿਆਣਾ ਦੀ ਲੈ ਲਓ, ਵੈਸੇ ਤਾਂ ਨਾਰਥ ਈਸਟ ਵੈਸਟ ਇਹ ਸਾਰੇ ਕਰਨਾਟਕਾ 'ਚ ਬਹੁਤ ਕੇਸ ਆਉਂਦੇ ਆ, ਕੇਰਲਾ 'ਚ ਬਹੁਤ ਕੇਸ ਆਉਂਦੇ ਆ। ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਸਾਊਥ ਤੋਂ ਹੀ ਆਇਆ ਸੀਗਾ ਕੇਸ ਸ਼ਫੀਨ ਜਹਾਨ ਵਾਲਾ, ਜਦੋਂ ਪਹਿਲੀ ਵਾਰ ਆਨਰ ਕਿਲਿੰਗ ਬਾਰੇ ਗੱਲ ਕੀਤੀ ਗਈ ਸੀਗੀ ਤੇ ਜਦੋਂ ਇਹਨੂੰ ਰਾਈਟ ਟੂ ਲਾਈਫ ਜਿਹੜਾ ਆਰਟੀਕਲ 21 ਆ ਉਹਦੇ ਵਿੱਚ ਹੀ ਇਨਕਲੂਡ ਕੀਤਾ ਗਿਆ ਸੀ, ਚੂਜ਼ ਅ ਪਰਸਨ ਆਫ ਚੁਆਇਸ ਫॉर द ਮੈਰਿਜ। ਪਰ ਇਹ ਆਨਰ ਕਿਲਿੰਗ ਤੋਂ ਡਿਫਰੈਂਟ ਚੀਜ਼ ਆ, ਇੱਕ ਚਾਈਲਡ ਦੇ ਨਾਲ ਗਲਤ ਕੀਤਾ ਗਿਆ ਕਿਉਂਕਿ ਆਨਰ ਕਿਲਿੰਗ 18 ਤੋਂ ਬਾਅਦ ਵਾਲੇ ਨੂੰ ਆਪਾਂ ਕੰਸੀਡਰ ਕਰਦੇ ਸੀਗੇ। ਸੋ ਇਹਨੂੰ ਜਸਟ ਆਨਰ ਕਿਲਿੰਗ ਕਹਿ ਕੇ ਚੁੱਪ ਕਰ ਜਾਣਾ ਗਲਤ ਆ, ਬਲਕਿ ਇਹਦੇ ਵਿੱਚ ਬਹੁਤ ਸਾਰੇ ਨਵੇਂ ਲਾਜ਼ ਆ ਜਿਨ੍ਹਾਂ ਨੂੰ ਲਿਆਉਣ ਦੀ ਲੋੜ ਆ। ਜਿਹੜੇ ਇਹ ਸਿਰਫ ਇੱਕ ਕੇਸ ਨਹੀਂ ਗਾ ਜਿਹਦੇ ਵਿੱਚ ਪਿਓ ਨੇ ਬੱਚੇ ਨੂੰ ਮਾਰਤਾ। ਪਿੱਛੇ ਜੇ ਕੇਸ ਆਇਆ ਸੀ ਜਿੱਥੇ ਇੱਕ ਬੱਚੀ ਸੀਗੀ ਉਹ ਜਿੱਦ ਕਰ ਰਹੀ ਸੀ, ਉਹਦੀ ਮਾਂ ਨੇ ਉਹਨੂੰ ਮਾਰਤਾ ਸੀ ਤੇ ਕਹਿੰਦੀ ਸੀ ਮੇਰੇ ਤੋਂ ਥੋੜਾ ਜਿਹਾ ਕਤਲ ਹੋ ਗਿਆ। ਸੋ ਸਾਡੇ ਲੋਕ ਦੇਖੋ ਕਿੰਨੇ ਇਨਸੈਂਸਿਟਿਵ ਹੋ ਗਏ ਨੇ। ਰੀਜ਼ਨ ਮੈਂ ਇਹੀ ਜ਼ਿਕਰ ਕਰਨਾ ਸੀਗਾ, ਮੈਂ ਇਹੀ ਗੱਲ ਕਰਨੀ ਸੀ। ਇੱਥੇ ਤਾਂ ਪਿਓ ਨੂੰ ਕੰਡੈਮ ਕੀਤਾ ਜਾ ਰਿਹਾ ਹੈ, ਕੋਸਿਆ ਜਾ ਰਿਹਾ ਹੈ। ਕਈ ਵਾਰ ਤਾਂ ਔਰਤਾਂ ਦਾ ਦੁਸ਼ਮਣ ਬਣ ਜਾਂਦੀਆਂ ਨੇ। ਜੁਪਿੰਦਰ ਉਹਨਾਂ ਦੀ ਕਿਤਾਬ ਹੈ, ਉਹ ਵੀ ਤੁਸੀਂ ਵੀ ਪੜ੍ਹੀ ਹੋਊਗੀ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਕਿ ਇੱਕ ਮਾਂ ਨੇ ਆਪਣੀ ਕੁੜੀ ਦਾ ਕਤਲ ਕਰਵਾਤਾ ਸੀ। ਕਿਉਂ? ਕਿਉਂਕਿ ਉਹਨੇ ਲਵ ਮੈਰਿਜ ਕਰਵਾ ਲਈ ਸੀਗੀ। ਉਹ ਕੇਸ ਚੱਲਿਆ। ਲਾਈਵ ਐਗਜ਼ਾਮਪਲਸ ਵੀ ਆਪਣੇ ਕੋਲ ਹੈਗੀਆਂ ਨੇ ਅੱਜ ਵੀ। ਉਹ ਜੇ ਕਈ ਲੋਕ ਜਿਉਂਦੇ ਨੇ ਜਿਨ੍ਹਾਂ ਨੇ ਆਪਣੀਆਂ ਧੀਆਂ ਮਰਵਾਤੀਆਂ ਸੀਗੀਆਂ ਔਰ ਵੱਡੇ ਵੱਡੇ ਲੀਡਰ ਬਣੇ ਬੈਠੇ ਨੇ। ਤਾਂ ਇਦਾਂ ਕਿਉਂ? ਤੁਹਾਨੂੰ ਕਿਉਂ ਲੱਗਦਾ ਕਿ ਇਹ ਚੀਜ਼ਾਂ ਉਹੀ ਕਹਿ ਰਹੀ ਆ ਨਾ, ਇਹ ਜਿਹੜੀ ਝੂਠੀ ਅਣਖ, ਜਿਹੜੀ ਸੱਚੀ ਅਣਖ ਹੋਗੀ ਉਹ ਸਾਨੂੰ ਪਿਆਰ ਸਿਖਾਉਂਦੀ ਆ, ਸਾਨੂੰ ਕਾਈਂਡਨੈਸ ਸਿਖਾਉਂਦੀ ਆ, ਸਾਨੂੰ ਸਮਾਜ ਦੇ ਵਿੱਚ ਚੰਗੀਆਂ ਵੈਲਿਊਜ਼ ਜੋ ਸਾਨੂੰ ਗੁਰਬਾਣੀ ਤੋਂ ਮਿਲਦੀਆਂ ਨੇ ਜਾਂ ਜਿਹੜੇ ਵੀ ਧਰਮ ਦੇ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਧਾਰਮਿਕ ਗ੍ਰੰਥਾਂ ਤੋਂ ਮਿਲਦੀਆਂ ਨੇ, ਜੋ ਸਾਡੀ ਇੱਥੇ ਦੀ ਸੰਸਕ੍ਰਿਤੀ ਆ ਉਹ ਤੋਂ ਮਿਲਦੀਆਂ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਦਿਆਲੂ ਭਾਵਨਾ ਆਉਂਦੀ ਆ। ਅਸੀਂ ਤਾਂ ਆਪਣੀ ਗੁਰਬਾਣੀ 'ਚ ਅਰਦਾਸ ਕਰਦੇ ਸਮੇਂ ਵੀ ਕਹਿੰਦੇ ਹਾਂ ਸਰਬੱਤ ਦਾ ਭਲਾ ਮੰਗਦੇ ਹਾਂ। ਫਿਰ ਅਸੀਂ ਇਹੋ ਜਿਹੇ ਬਰੂਟਲ ਮਰਡਰ ਨੂੰ ਕਿਵੇਂ ਜਸਟੀਫਾਈ ਕਰ ਸਕਦੇ ਹਾਂ? ਪਰ ਕਈ ਵਾਰ ਲੱਗਦਾ ਕਿ ਸਿਚੁਏਸ਼ਨਲ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਕਿ ਫਿਰ ਉਹ ਅਨਅਵੋਇਡੇਬਲ ਹੋ ਜਾਂਦੀਆਂ ਨੇ। ਨਹੀਂ, ਆ ਤਾਂ ਕੋਈ ਅਨਅਵੋਇਡੇਬਲ ਨਹੀਂ ਸੀ। ਇੱਕ ਰਾਤ ਬੱਚਾ ਘਰੋਂ ਬਾਹਰ ਰਹਿ ਕੇ ਆਇਆ, ਪਹਿਲਾਂ ਤਾਂ ਪਤਾ ਕਰੋ ਵੀ ਕਿੱਥੇ ਰਹਿ ਕੇ ਆਇਆ ਆ, ਔਰ ਜੇਕਰ ਕਿਸੇ ਦੇ ਨਾਲ ਵੀ ਰਹਿ ਕੇ ਆਇਆ ਹੈ ਉਹਨੂੰ ਸਮਝਾਓ। ਉਮਰ ਛੋਟੀ ਆ ਬੱਚੇ ਦੀ, ਬੱਚੇ ਨੂੰ ਸਮਝਾਓ। 16 ਸਾਲ ਦੀ ਬੱਚੀ ਆ, ਉਹਨੂੰ ਸਮਝਾਓ। ਬੱਚਾ ਸਮਝਾ ਕੇ ਸਹੀ, ਜੇ ਤੁਸੀਂ ਸਹੀ ਤਰੀਕੇ, ਹਾਂ ਜੇ ਤੁਸੀਂ ਸਖਤੀ ਨਾਲ ਪੇਸ਼ ਆਵੋਗੇ ਬੱਚੇ ਨਹੀਂ ਸਮਝਣਗੇ। ਅੱਜ ਉਹ ਟਾਈਮ ਗਿਆ ਕਿ ਜਦੋਂ ਕੁੱਟ ਮਾਰ ਕੇ, ਸਾਡੇ ਵੀ ਛੋਟੇ ਹੁੰਦਿਆਂ ਦੇ ਬਹੁਤ ਕੁੱਟ ਪਈ ਆ, ਬਟ ਸਾਰਿਆਂ ਦੀ ਪੈਂਦੀ ਆ। ਮੈਨੂੰ ਲੱਗਦਾ ਜਿਹੜੇ ਸਰੋਤੇ ਸੁਣਦੇ ਆ ਪਹਿਲਾਂ ਤਾਂ ਆਪਣੇ ਕਾਰਪੋਰਲ ਪਨਿਸ਼ਮੈਂਟ ਵਾਸ ਨਾਰਮਲ, ਬਟ ਹੁਣ ਸਾਈਕੋਲੋਜੀ ਚੇਂਜ ਹੋ ਗਈ ਆ, ਟਾਈਮ ਚੇਂਜ ਹੋ ਗਿਆ। ਹੁਣ ਬੱਚਿਆਂ ਨੂੰ ਕੁੱਟ ਕੇ ਨਹੀਂ, ਬੱਚਿਆਂ ਨੂੰ ਪਿਆਰ ਨਾਲ ਉਹਨਾਂ ਦੀ ਕਾਉਂਸਲਿੰਗ ਕਰਕੇ ਸਮਝਾਇਆ ਜਾ ਸਕਦਾ ਹੈ। ਤੁਸੀਂ ਜਿਵੇਂ ਬਹੁਤ ਬੇਬਾਕੀ ਦੇ ਨਾਲ ਬੋਲਦੇ ਹੋ, ਔਰ ਜੇ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਹੁੰਦੇ, ਜੇ ਅੱਗੇ ਹੁਣ ਤੁਹਾਡਾ ਵਿਆਹ ਹੁੰਦਾ, ਤੁਹਾਡੇ ਬੱਚੇ ਹੋਣਗੇ, ਜੇ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੁੰਦੇ, ਇਸ ਅਵਸਥਾ ਦੇ ਵਿੱਚ ਤੁਸੀਂ ਹੁੰਦੇ, ਐਵੇਂ ਤੁਸੀਂ ਵੇਖ ਲੈਂਦੇ ਬੱਚਿਆਂ ਨੂੰ ਆਪਣਿਆਂ ਨੂੰ, ਕੀ ਤੁਹਾਡਾ ਕੀ ਰਿਐਕਸ਼ਨ ਹੋਣਾ ਸੀਗਾ? ਮੈਂ ਡੈਫੀਨੇਟਲੀ ਪਹਿਲਾਂ ਉਹਨੂੰ ਪੂਰੀ ਤਰ੍ਹਾਂ ਰਿਸਰਚ ਕਰਦੀ ਕਿ ਬੱਚੇ ਨੂੰ ਘਰ ਦੇ ਵਿੱਚ ਇਹੋ ਜਿਹੀ, ਦੇਖੋ ਬੱਚਾ ਬਾਹਰ ਪਿਆਰ ਕਦੋਂ ਲੱਭਦਾ ਆ? ਜ਼ਿਆਦਾਤਰ ਤੁਸੀਂ ਇਹੋ ਜਿਹੇ ਕੇਸਿਸ ਦੇਖਿਓ, ਜੇ ਬੱਚੇ ਨੂੰ ਘਰ ਦੇ ਵਿੱਚ ਪਿਆਰ ਮਿਲਦਾ, ਉਹ ਅਫੈਕਸ਼ਨ ਮਿਲਦੀ ਹੈ ਨਾ, ਬੱਚਾ ਕਦੇ ਬਾਹਰ ਪਿਆਰ ਨਹੀਂ ਲੱਭਦਾ। ਇਹ ਸਾਈਕੋਲੋਜੀ ਦਾ ਉਹ ਇਸ਼ੂ ਹੈ ਜਿਹਨੂੰ ਅਸੀਂ ਡਿਸਕਸ ਨਹੀਂ ਕਰਦੇ। ਬੱਚਾ, ਮੈਂ ਜ਼ਿਆਦਾਤਰ ਜਿੰਨੀਆਂ ਵੀ ਮੈਂ ਹੁਣ ਤੱਕ ਜਿਹੜੀਆਂ ਕੁੜੀਆਂ ਨੇ ਲਵ ਮੈਰਿਜ ਕਰਾਈ ਆ ਜਾਂ ਮਤਲਬ ਇਹ ਕਹਿ ਲਓ ਕਿ ਜਿਨ੍ਹਾਂ ਦੇ ਜਿਹੜੀਆਂ ਕਿਤੇ ਨਾ ਕਿਤੇ ਗਲਤ ਰਾਹ ਦੇ ਉੱਤੇ, ਕਿਉਂਕਿ ਜਿਹੜੀ ਉਮਰ ਸਾਡੀ ਕਰੀਅਰ ਬਣਾਉਣ ਦੀ ਹੁੰਦੀ ਆ, ਪੜ੍ਹਾਈ ਕਰਨ ਦੀ ਹੁੰਦੀ ਆ, ਉਸ ਸਮੇਂ ਜਦੋਂ ਤੁਸੀਂ ਇਹੋ ਜਿਹੇ ਚੱਕਰ 'ਚ ਪੈ ਜਾਂਦੇ ਹੋ ਤਾਂ ਉਹ 'ਤੇ ਪੈ ਜਾਂਦੇ ਹੋ। ਮੈਂ ਉਹਨਾਂ ਨੂੰ ਪੁੱਛਦੀ ਹਾਂ, ਉਹਨਾਂ ਨੂੰ ਜਦੋਂ ਉਹ ਕੰਫਰਟ, ਉਹ ਅੰਡਰਸਟੈਂਡਿੰਗ ਫੈਮਿਲੀ 'ਚ ਨਹੀਂ ਮਿਲਦੀ, ਦੈਨ ਉਹ ਬਾਹਰ ਜਾਂਦੇ ਨੇ। ਇਹ ਰਿਐਲਿਟੀ ਆ, ਪਰ ਅਸੀਂ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ। ਸੋ ਮੈਂ ਜੇ ਇੱਕ ਮਾਂ ਬਣ ਕੇ ਆਪਣੇ ਬੱਚੇ ਨੂੰ ਦੇਖਦੀ ਤਾਂ ਪਹਿਲਾਂ ਮੈਂ ਉਹਨੂੰ ਅੰਡਰਸਟੈਂਡ ਕਰਦੀ ਕਿ ਮੇਰੇ ਵੱਲੋਂ ਕੀ ਕਮੀ ਰਹਿ ਗਈ ਆ, ਫਿਰ ਮੈਂ ਉਹਨੂੰ ਕਾਉਂਸਲ ਕਰਦੀ,
ਫਿਰ ਮੈਂ ਉਹਨੂੰ ਸਹੀ ਰਾਹ ਤੇ ਲੈ ਕੇ ਆਉਂਦੀ। ਔਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਬੱਚੇ ਨੂੰ ਆਮ ਬੱਚੇ ਨਾਲੋਂ ਜ਼ਿਆਦਾ ਪਿਆਰ ਤੇ ਕੰਫਰਟ ਜ਼ੋਨ ਦੀ ਜ਼ਰੂਰਤ ਹੁੰਦੀ ਆ, ਉਹਨੂੰ ਜ਼ਿਆਦਾ ਅੰਡਰਸਟੈਂਡਿੰਗ ਦੀ ਲੋੜ ਹੁੰਦੀ ਆ। ਉਸ ਸਮੇਂ ਮਾਪਿਆਂ ਨੂੰ ਉਹਨਾਂ ਦੇ ਦੋਸਤ ਬਣਨ ਦੀ ਲੋੜ ਹੁੰਦੀ ਆ, ਰੈਦਰ ਦੈਨ ਕਿ ਤੁਸੀਂ ਡੰਡਾ ਚੱਕ ਲਓ ਤੇ ਉਹਨਾਂ ਦੀ ਇਦਾਂ ਦੀ ਬੇਅਦਬੀ ਕਰ ਦਿਓ। ਔਰ ਇਹ ਪੈਮਾਨੇ ਲੱਗ ਕੇ ਹੋ ਜਾਂਦੇ ਨੇ, ਮੁੰਡਿਆਂ ਦੇ ਵਾਸਤੇ ਇਹ ਵੱਖ ਹੋ ਜਾਂਦੇ ਨੇ, ਕੁੜੀਆਂ ਵਾਸਤੇ ਇਹ ਵੱਖ ਹੋ ਜਾਂਦੇ ਨੇ। ਜੇ ਇਹੀ ਮੁੰਡੇ ਦੇ ਪਤਾ ਹੁੰਦਾ, ਮੁੰਡੇ ਦਾ ਰੇਪ ਨਹੀਂ ਨਾ ਹੁੰਦਾ, ਮੁੰਡੇ ਦੇ ਸਿਰ ਦੇ ਉੱਤੇ ਇੱਜ਼ਤ ਦਾ ਭਾਰ ਵੀ ਨਹੀਂ ਹੁੰਦਾ, ਕੁੜੀ ਦੇ ਉੱਤੇ ਸਿਰ ਦੇ ਇੱਜ਼ਤ ਦਾ ਭਾਰ ਆ। ਕੁੜੀ ਨੇ ਲਵ ਮੈਰਿਜ ਕਰਾ ਲਈ, ਉਹਨੇ ਇੱਜ਼ਤ ਰੋਲਤੀ। ਮੁੰਡੇ ਨੇ ਲਵ ਮੈਰਿਜ ਕਰਾ ਲਈ, ਉਹਨੇ ਕੋਈ ਇੱਜ਼ਤ ਨਹੀਂ ਰੋਲੀ। ਔਰ ਕਈ ਤਾਂ ਇੱਥੇ ਤੱਕ ਆ ਕਿ ਦੂਜੇ ਦੀ ਕੁੜੀ ਨੂੰ ਭਜਾ ਕੇ ਲਿਆਇਆ, ਇਹ ਤਾਂ ਸਾਡਾ ਮਾਣ ਉੱਚਾ ਕੀਤਾ, ਭਜਾ ਕੇ ਲਿਆਇਆ, ਭੱਜ ਕੇ ਤਾਂ ਨਹੀਂ ਗਿਆ। ਸੋ ਇਹ ਉਹ ਹੈ ਨਾ, ਮਤਲਬ ਦੋਹਰੇ ਕਿਰਦਾਰ ਨੇ ਸਾਡੇ ਲੋਕਾਂ ਦੇ, ਜਿਨ੍ਹਾਂ ਚੀਜ਼ਾਂ ਨੂੰ ਸਾਨੂੰ, ਮੈਂ ਇਹ ਕਹਿ ਲੈਂਦੀ ਹਾਂ ਕਿ ਡਿਗਰੀਆਂ ਲੈ ਲੈਂਦੇ ਨੇ। ਹੁਣ ਮੈਂ ਇਹ ਤਾਂ ਨਹੀਂ ਕਹੂੰਗੀ ਕਿ ਪੰਜਾਬ ਦੇ ਲੋਕ ਅਨਪੜ੍ਹ ਨੇ, ਪੜ੍ਹੇ ਲਿਖੇ ਨੇ, ਫਿਰ ਵੀ ਲਿਟਰੇਸੀ ਰੇਟ ਬਹੁਤ, ਇਹ ਵੀ ਪੜ੍ਹੇ ਲਿਖੇ ਹੀ ਹੋਣਗੇ, ਪਰ ਇਹਨਾਂ ਨੇ ਸਿਰਫ ਸਕੂਲਾਂ ਦੇ ਵਿੱਚ ਜਾ ਕੇ ਕਿਤਾਬਾਂ ਕਾਲੀਆਂ ਕੀਤੀਆਂ ਹੋਣਗੀਆਂ, ਇਹਨਾਂ ਦੇ ਵਿਜ਼ਨ ਦਾ ਵਿਕਾਸ ਨਹੀਂ ਹੋਇਆ। ਸੋ ਜੇ ਕਈ ਗੁਰਸਿੱਖ ਵੀ ਲੱਗੇ ਹੋਏ ਨੇ ਇਹੋ ਜਿਹੀਆਂ ਗੱਲਾਂ ਕਰਨ, ਉਹ ਸਿਰਫ ਗੁਰਬਾਣੀ ਨੂੰ ਉਹ ਖਾਨਾ ਪੂਰਤੀ ਕਰਦੇ ਹੋਣਗੇ ਨਿਤਨੇਮ ਦਾ, ਉਹਨਾਂ ਨੇ ਕਦੇ ਗੁਰਬਾਣੀ ਵਿਚਾਰ ਕੇ ਨਹੀਂ ਦੇਖੀ ਹੋਗੀ। ਕਿਉਂਕਿ ਜੇ ਤੁਸੀਂ ਗੁਰਬਾਣੀ ਵਿਚਾਰੋਗੇ ਤਾਂ ਤੁਹਾਡੇ ਅੰਦਰ ਦਿਆਲਤਾ ਦੀ ਭਾਵਨਾ, ਤੁਹਾਡੇ ਅੰਦਰ ਸਬਰ ਬਹੁਤ ਜ਼ਿਆਦਾ ਆ ਜਾਂਦਾ ਆ। ਮੈਂ ਖੁਦ ਗੁਰਬਾਣੀ ਪੜ੍ਹਦੀ ਹਾਂ ਤਾਂ ਮੇਰੇ ਅੰਦਰ ਸਬਰ ਆਉਂਦਾ ਆ, ਸ਼ਾਂਤੀ ਮਿਲਦੀ ਆ। ਔਰ ਸਾਡੀ ਤਾਂ ਬਾਣੀ 'ਚ ਲਿਖਿਆ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਬਹੁਤ ਸਾਰੀਆਂ ਚੀਜ਼ਾਂ ਨੇ ਗੁਰਬਾਣੀ ਤੋਂ, ਸਾਨੂੰ ਬਹੁਤ ਕੁਝ, ਉਹ ਤਾਂ ਸਾਨੂੰ ਮਤਲਬ ਦੁਸ਼ਮਣ ਦੇ ਨਾਲ ਵੀ ਚੰਗਾ ਵਿਹਾਰ ਕਰਾਉਣਾ ਸਿਖਾਉਂਦੀ ਆ। ਸਭ ਤੋਂ ਵੱਡੀ ਗੱਲ ਸਰਬੱਤ ਦੇ ਭਲੇ ਦੀ ਗੱਲ ਅਸੀਂ ਕਰਦੇ ਹਾਂ। ਕਾਮ, ਕ੍ਰੋਧ, ਲੋਭ, ਮਾਇਆ, ਹੰਕਾਰ, ਇਹ ਹੰਕਾਰ ਹੀ ਹੈ। ਇਹ ਕੀ ਹੈ ਜਿਹਦੇ ਵਿੱਚ ਤੁਸੀਂ ਬੱਚੇ ਨੂੰ ਮਾਰਤਾ? ਕ੍ਰੋਧ ਤੇ ਹੰਕਾਰ ਦੇ ਕਾਰਨ ਹੀ ਮਾਰਿਆ। ਤੁਹਾਡਾ ਅਹਿਮ, ਤੁਹਾਡਾ ਹੰਕਾਰ, ਤੁਹਾਡੀ ਅਣਖ, ਇਹ ਹੰਕਾਰ ਹੀ ਆ ਜੀ। ਜਦੋਂ ਤੁਸੀਂ ਖੁਦ ਨੂੰ ਮੀਠਤ ਨੀਵੀਂ ਨਾਨਕਾ ਗੁਣ ਚੰਗਿਆਈ ਤਤ, ਨੀਵੇਂ ਹੋ ਕੇ ਦੇਖੋਗੇ ਤੇ ਮੈਨੂੰ ਲੱਗਦਾ ਕਿ ਫਰਕ ਪੈ ਜਾਊਗਾ। ਪਰ ਗੱਲ ਆ ਕਿ ਗੁਰਬਾਣੀ ਨੂੰ ਪੜ੍ਹਨਾ, ਵਿਚਾਰਨਾ ਛੱਡਤਾ ਆ। ਸਿਰਫ ਇੱਕ ਰੱਟੂ ਤੋਤੇ ਵਾਂਗੂ 5 ਬਾਣੀਆਂ ਦਾ ਪਾਠ ਕਰ ਲੈਂਦੇ, ਗੁਰਦੁਆਰੇ ਮੱਥਾ ਟੇਕ ਕੇ ਆਉਂਦੇ ਆ। ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਜਦ ਕਿ ਗੁਰੂ ਸਾਹਿਬ ਨੇ ਸਾਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਇਸ ਲਈ ਕਿਹਾ ਸੀਗਾ ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਸਕੀਏ। ਆਉਂਦੇ ਆ ਨਾ, ਆਪਾਂ ਅਰਦਾਸ 'ਚ ਵੀ ਪੜ੍ਹਦੇ ਹਾਂ ਕਿ ਜਦੋਂ ਵੀ ਕੋਈ ਇਹ ਤੇ ਖੋਜ ਸ਼ਬਦ ਮਿਲੇ, ਹੈ ਨਾ, ਅਸੀਂ ਉੱਥੋਂ ਸ਼ਬਦ ਲੈ ਕੇ ਆਪਣੀ ਜ਼ਿੰਦਗੀ, ਹੁਕਮਨਾਮੇ ਲੈਂਦੇ ਹਾਂ ਅਸੀਂ। ਕਿਸ ਚੀਜ਼ ਲਈ ਲੈਂਦੇ ਹਾਂ? ਵੀ ਅਸੀਂ ਸਿੱਖਿਆ ਲੈਣੀ, ਉਹ ਸਾਡਾ ਗੁਰੂ, ਅਸੀਂ ਗੁਰੂ ਤੋਂ ਸਿੱਖਣਾ। ਤੇ ਜੇ ਅਸੀਂ ਗੁਰੂ ਦੀ ਹੀ ਸਿੱਖਿਆ ਦੇ ਉਲਟ ਚੱਲਾਂਗੇ ਔਰ ਫਿਰ ਵੈਰੀ ਗੁੱਡ ਕਵਾਂਗੇ ਉਸ ਚੀਜ਼ ਨੂੰ, ਤਾਂ ਇਹਦਾ ਮਤਲਬ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਲਈ ਜ਼ਿਆਦਾ ਵੱਡੀ ਚੀਜ਼ ਹੋ ਗਈ। ਉਹ ਹਾਵੀ ਹੋ ਗਿਆ ਸਾਡੇ। ਬਿਲਕੁਲ, ਈਵਨ ਜਦੋਂ ਆਪਾਂ ਖਾਲਸੇ ਦੀ ਡੈਫੀਨੇਸ਼ਨ ਦੇਖਦੇ ਹਾਂ, ਉਹਦੇ ਵਿੱਚ ਖਾਲਸਾ ਸੋਏ ਜੋ ਪੰਚ ਕੋ ਮਾਰੇ, ਔਰ ਜੇ ਤੂੰ ਪੰਚ ਨਹੀਂ ਮਰੇ, ਉਹ ਖਾਲਸਾ ਵੀ ਕਿਹੜੇ ਐਂਗਲ ਤੋਂ ਹੋਇਆ? ਸੋ ਚੀਜ਼ਾਂ ਦਾ ਬਹੁਤ ਸਾਰੀਆਂ। ਨਿਹੰਗ ਸਿੰਘ ਵੀ ਆਪ ਹੀ ਨਿਹੰਗ ਦੇ ਬਾਣੇ 'ਚ ਸੀਗੇ, ਮੈਂ ਦੇਖਿਆ ਵੀ ਬਾਣੇ ਦੇ ਵਿੱਚ ਸੀ, ਤੇ ਫਿਰ ਉਹ ਖਾਲਸਾ ਤਾਂ ਹੈ ਨਹੀਂ, ਕਿਉਂਕਿ ਖਾਲਸਾ ਸੋਏ ਜੋ ਪੰਚ ਕੋ ਮਾਰੇ, ਔਰ ਪੰਚ ਦੇ ਵਿੱਚ ਕੀ ਆਂਦਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੇਰਾ ਸਭ ਕੁਝ ਹੀ ਆ ਗਿਆ, ਸਭ ਕੁਝ ਹੀ ਆ ਗਿਆ। ਸੋ ਹੀ ਹੈ ਨਾ, ਫਿਰ ਉਹਨੂੰ ਆਪਾਂ ਟਰੂ ਖਾਲਸਾ ਕਿਵੇਂ ਕਹਿ ਸਕਦੇ ਹਾਂ? ਖਾਲਸਾ ਬਹੁਤ ਉੱਚੀ ਪਦਵੀ ਆ। ਔਰ ਓਵਰਆਲ ਜਿਹੜਾ ਇਸ ਵੇਲੇ ਟ੍ਰੈਂਡ ਚੱਲ ਰਿਹਾ ਹੈ, ਜਿਸ ਤਰੀਕੇ ਨਾਲ ਅਸੀਂ ਜੇ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ, ਐਪਲੀਕੇਸ਼ਨਸ ਖੋਲ੍ਹ ਲਈਏ, ਇੰਸਟਾਗ੍ਰਾਮ, ਸਨੈਪਚੈਟ ਖੋਲ੍ਹ ਲਈਏ, ਇੱਥੇ ਤਾਂ ਆਵਾ ਹੀ ਉੱਤਿਆ ਪਿਆ ਹੈ। ਨੌਜਵਾਨ ਪੀੜ੍ਹੀ ਨੂੰ ਹੋ ਕੀ ਰਿਹਾ ਇਹ? ਮੈਨੂੰ ਤਾਂ ਆਪਣੀ ਸਮਝ ਆਉਂਦੀ ਹੁੰਦੀ, ਸ਼ਾਇਦ ਸਾਡੀ ਸੋਸ਼ਲਾਈਜੇਸ਼ਨ ਮਾੜੀ ਆ। ਕਈ ਸਾਡੇ ਬੱਚੇ ਬਹੁਤ ਐਡਵਾਂਸ ਹੋ ਰਹੇ ਆ, ਕਈ ਬੱਚੇ ਪੜ੍ਹਾਈਆਂ ਦੇ ਵਿੱਚ ਬਹੁਤ ਅੱਛਾ ਵੀ ਕਰ ਰਹੇ ਨੇ, ਨੋ ਡਾਊਟ, ਹੈ ਨਾ, ਇਹਦੇ ਵਿੱਚ ਕੋਈ ਡਾਊਟ ਨਹੀਂਗਾ। ਵਿਜ਼ਨ ਉਹਨਾਂ ਦਾ ਸਟਰੋਂਗ ਹੋ ਰਿਹਾ ਆ। ਮੈਂ ਫਿਰ ਉਹੀ ਗੱਲ ਕਹੂੰਗੀ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਪਰਵਰਿਸ਼ 'ਚ ਕਮੀ ਰਹਿ ਜਾਂਦੀ ਆ। ਇਹਦੇ ਪਿੱਛੇ ਇਹ ਅੱਜ ਬੱਚੀ ਨਾਲ ਜੋ ਹੋਇਆ, ਉਹ ਪਿਓ ਨੇ ਜੋ ਕੀਤਾ, ਇਹ ਤੋਂ ਸਾਫ਼ ਜ਼ਾਹਿਰ ਆ ਕਿ ਉਹਦੀ ਆਪਣੀ ਪਰਵਰਿਸ਼ ਅੱਛੀ ਨਹੀਂ ਸੀ। ਜੋ ਉਸ ਪਿਓ ਦੀ ਪਰਵਰਿਸ਼ ਅੱਛੀ ਹੁੰਦੀ, ਉਹ ਬੱਚੇ ਨੂੰ ਅੱਛੀ ਪਰਵਰਿਸ਼ ਦੇ ਕੇ, ਮੈਂ ਬੱਚੇ ਨੂੰ ਬਲੇਮ ਨਹੀਂ ਕਰ ਰਹੀ ਹੈਗੀ। ਜੇ ਬੱਚਾ ਗਲਤ ਰਾਹ ਤੇ ਗਿਆ ਸੀਗਾ, ਅਸੀਂ ਕੌਣ ਗਲਤੀਆਂ ਨਹੀਂ ਕਰਦਾ। ਮੈਂ ਹੁਣ ਮਤਲਬ ਸਿੱਖ ਇਤਿਹਾਸ ਨੂੰ ਜ਼ਿਆਦਾ ਅਸੀਂ ਸਮਝਦੇ ਹਾਂ। ਗੁਰੂ ਸਾਹਿਬ ਨੂੰ 40 ਸਿੱਖ ਵਿਦਾਵਾ ਲਿਖ ਕੇ ਦੇ ਆਏ ਸੀ ਜੀ, ਗੁਨਾਹੀ ਸੀ, ਆਪਦੇ ਗੁਰੂ ਤੋਂ ਬੇਮੁਖ ਹੋ ਗਏ ਸੀਗੇ। ਗੁਰੂ ਨੇ ਵੀ ਉਹਨਾਂ ਨੂੰ ਮਾਫ ਕਰਤਾ ਸੀਗਾ, ਵਿਦਾਵਾ ਪਾੜਤਾ ਸੀ। ਤੇ ਕੀ ਸਾਡੇ ਅੰਦਰ ਇੰਨੀ ਦਇਆ ਨਹੀਂ ਗੀ? ਉਹ ਵੀ ਤਾਂ ਗੁਰੂ ਦੀ ਅਣਖ ਨੂੰ ਸੱਟ ਹੀ ਮਾਰੀ ਸੀ ਉਹਨਾਂ ਨੇ, ਜਦੋਂ ਗੁਰੂ ਤੋਂ ਬੇਮੁਖ ਹੋ ਗਏ। ਤੇ ਜੇ ਬੱਚਾ ਤੁਹਾਡੇ ਤੋਂ ਬੇਮੁਖ ਹੋਇਆ, ਬੱਚੇ ਨੂੰ ਤੁਸੀਂ ਆਪਣੇ ਵੱਲ ਲੈ ਕੇ ਆਓ। ਤੁਹਾਡੇ ਅੰਦਰ ਮਾਫ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਆ ਜੀ। ਪਰ ਉਹੀ ਗੱਲ ਹੈ, ਆਪਾਂ ਮਰਡਰ ਤਾਂ ਕਹਿ
ਕਿਸੇ ਵੀ ਮਰਡਰ ਨੂੰ, ਕਿਸੇ ਵੀ ਕਿਲਿੰਗ ਨੂੰ ਆਪਾਂ ਜਸਟੀਫਾਈ ਤਾਂ ਨਹੀਂ ਕਰ ਸਕਦੇ, ਹਨਾ, ਕਿਸੇ ਵੀ ਤਰੀਕੇ ਨਾਲ ਨਹੀਂ ਹੁੰਦਾ। ਇੱਕ ਨਾ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਅਨਫੋਰਚੂਨੇਟਲੀ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਸਾਡੇ ਕੋਲ ਲਾਜ਼ ਨਹੀਂ ਹੈਗੇ। ਜਦੋਂ ਕਿਤੇ ਵੀ ਇਹੋ ਜਿਹਾ ਕੋਈ ਵੀ ਮਰਡਰ ਹੁੰਦਾ ਆ, ਇਹ ਬਰੂਟਲ ਮਰਡਰ ਆ, ਇਹ ਆਮ ਮਰਡਰ ਨਾਲੋਂ ਹੀਨੀਅਸ ਕ੍ਰਾਈਮ ਆ, ਠੀਕ ਹੈ। ਜਦੋਂ ਕਿਉਂਕਿ ਇੱਕ ਅਣਜਾਣ ਬੰਦੇ ਵੱਲੋਂ ਕਿਸੇ ਹੋਰ ਮੋਟਿਵ ਦੇ ਕਰਕੇ ਕਿਸੇ ਨੂੰ ਮਾਰਨਾ, ਉਹਦੇ ਮੋਟਿਵ ਨੂੰ ਫਿਰ ਵੀ ਕਿਤੇ ਨਾ ਕਿਤੇ ਮਤਲਬ ਉਹਦੇ ਹਿਸਾਬ ਦੇ ਨਾਲ ਜਸਟੀਫਾਈ ਕਰ ਦਿੰਦਾ। ਜਸਟੀਫਾਈ ਉਵੇਂ ਜਸਟੀਫਾਈ ਨਹੀਂ, ਲੀਗਲੀ ਜਸਟੀਫਾਈ ਨਹੀਂ, ਕਿਸੇ ਦੇ ਮੋਟਿਵ ਨੂੰ, ਜਿਵੇਂ ਕਿਸੇ ਨੂੰ ਪ੍ਰੋਵੋਕੇਸ਼ਨ ਦੇ ਵਿੱਚ ਆ ਕੇ ਕਰਤਾ, ਸੈਲਫ ਡਿਫੈਂਸ 'ਚ ਕਰਤਾ। ਬਟ ਜਦੋਂ ਉਸ ਰਿਲੇਸ਼ਨ, ਜਿਹੜੇ ਸਾਡਾ ਫੈਮਿਲੀ ਰਿਲੇਸ਼ਨ ਆ, ਸਾਡਾ ਫੈਮਿਲੀ ਸਿਸਟਮ ਆ, ਉਹ ਸਾਨੂੰ ਪਿਆਰ ਦੇਣ ਲਈ ਆ, ਉਹ ਸਾਨੂੰ ਸਪੋਰਟ ਕਰਨ ਲਈ ਆ, ਉਹ ਸਾਡੀ ਰੱਖਿਆ ਕਰਨ ਲਈ ਆ, ਤੇ ਜਦੋਂ ਉਹੀ ਸਿਸਟਮ ਸਾਡੇ ਅਗੇਂਸਟ ਭੁਗਤਦਾ ਤਾਂ ਦੈਟ ਇਜ਼ ਮੋਰ ਹੀਨੀਅਸ। ਉਹਦੇ ਲਈ ਸਪੈਸ਼ਲ ਲਾਅ ਬਣਨੇ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲੇ ਤੱਕ ਤਾਂ ਇਹਨਾਂ ਨੇ ਜਿਹੜਾ ਆਨਰ ਕਿਲਿੰਗ ਆ ਉਹਦੇ ਤੇ ਨਹੀਂ ਲਾਅ ਬਣਨ ਦਿੱਤਾ। ਬੱਚੇ ਦੀ ਕੁੱਟਮਾਰ ਹੋ ਜਾਂਦੀ ਆ, ਉਹਨੂੰ 23-24 ਦੇ ਵਿੱਚ ਹੀ ਕੰਸੀਡਰ ਕਰ ਦਿੰਦੇ ਆ, ਉਹਦੇ ਤੇ ਲਾਅ ਨਹੀਂ ਬਣੇ। ਈਵਨ ਜੇ ਐਕਟ ਵੀ ਕੋਈ ਸਖਤ ਸਜ਼ਾਵਾਂ ਨਹੀਂ ਦਿੰਦਾ। ਸੋ ਇਹਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਸਾਨੂੰ ਅੱਛੇ ਲਾਅਜ਼ ਲਿਆਉਣ ਦੀ ਲੋੜ ਆ। ਜਿਵੇਂ ਨਿਰਭਇਆ ਤੋਂ ਬਾਅਦ ਜਾਗ ਕੇ ਇਹਨਾਂ ਨੇ ਪੌਕਸੋ ਲਿਆਂਦਾ, ਤਾਂ ਉਹਨਾਂ ਨੂੰ ਹੁਣ ਇਹਦੇ ਤੇ ਵੀ ਲਾਅ ਲਿਆਉਣ ਦੀ ਲੋੜ ਆ। ਪਰ ਪੌਕਸੋ ਦਾ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ, ਮੈਂ ਜੇਲ੍ਹ ਦੀ ਵਿਜ਼ਿਟ ਕਰਕੇ ਆਇਆ ਸੀ, ਰੋਪੜ ਜੇਲ੍ਹ ਦੇ ਵਿੱਚ ਮੈਂ ਗਿਆ। ਬਹੁਤੇ ਮੁੰਡੇ ਉੱਥੇ ਹੀ ਕਹਿ ਰਹੇ ਸੀ ਕਿ ਸਾਨੂੰ ਨਜਾਇਜ਼ ਪੌਕਸੋ ਦਾ ਪਰਚਾ ਪਾ ਕੇ ਕਹਿੰਦੇ ਫਸਾ ਦਿੱਤਾ, ਕਿਉਂਕਿ ਰਿਲੇਸ਼ਨਸ਼ਿਪ ਸੀਗਾ, ਕੁੜੀ ਦੇ ਘਰ ਦੇ ਨਹੀਂ ਮੰਨੇ, ਕੁੜੀ ਨੂੰ ਆਪਣੇ ਉਸ ਹੱਕ 'ਚ ਲੈ ਲਿਆ ਔਰ ਮੁੰਡੇ ਦੇ ਪਰਚਾ ਪਾਤਾ, ਔਰ ਮੁੰਡਾ ਅੰਦਰ ਸਜ਼ਾ ਕੱਟ ਰਿਹਾ। ਔਰ ਇੱਕ ਤਾਂ ਐਗਜ਼ਾਮਪਲ ਐਸੀ ਸੀ, ਮੁੰਡਾ ਕਹਿੰਦਾ ਮੈਂ ਅਜੇ ਵੀ ਉਹ ਕੁੜੀ ਨਾਲ ਗੱਲਾਂ ਮਾਰ ਰਿਹਾ, ਜਿਹੜੇ ਕਰਕੇ ਮੈਂ ਪਰਚੇ 'ਚ ਆਇਆ ਹੋਇਆ। ਉਸ ਚੀਜ਼ ਦੇ ਉੱਤੇ ਡਿਬੇਟ ਚੱਲ ਰਹੀ ਆ, ਔਰ ਮੈਂ ਵੀ ਉਸ ਚੀਜ਼ ਦੇ ਹੱਕ ਦੇ ਵਿੱਚ ਹੈਗੀ ਆ ਕਿ ਜਿਹੜੀ ਇਹਦੀ ਏਜ ਆ ਨਾ ਕੰਸੈਂਟ ਦੀ, ਉਹ ਘਟਾ ਦੇਣੀ ਚਾਹੀਦੀ ਆ। ਇਹਨਾਂ ਨੇ ਹਲੇ ਵੀ ਏਜ ਦੀ ਜਿਹੜੀ ਕੰਸੈਂਟ ਦੀ ਏਜ ਹੈਗੀ ਆ ਉਹ 18 ਰੱਖੀ ਹੋਈ ਆ। ਔਰ ਅੱਜ ਟਾਈਮ ਇੰਨਾ ਕੁ ਬਦਲ ਗਿਆ ਹੈਗਾ ਆ ਕਿ ਮਤਲਬ ਸਾਨੂੰ ਜਿਹੜੀਆਂ ਚੀਜ਼ਾਂ 18 ਸਾਲ ਤੱਕ ਨਹੀਂ ਪਤਾ ਸੀ, ਅੱਜ ਉਹ 10-10 ਸਾਲ ਦੇ ਬੱਚਿਆਂ ਨੂੰ ਪਤਾ ਨੇ। ਸੋ ਇਹਦੀ ਏਜ ਘਟਾ ਕੇ, ਡਿਮਾਂਡ ਤਾਂ 16 ਦੀ ਚੱਲ ਰਹੀ ਹੈ, ਮੈਂ ਤਾਂ ਕਹਿੰਦੀ ਇਹਦੀ ਏਜ 14 ਹੀ ਕਰ ਦੇਣੀ ਚਾਹੀਦੀ ਆ। ਬਿਕੋਜ਼ 14 ਤੋਂ ਬਾਅਦ ਬੱਚਾ ਇੰਨਾ ਕੁ ਵੱਡਾ ਹੋ ਜਾਂਦਾ ਹੈ, ਇੰਨੀ ਕੁ ਸਮਝ ਆ ਜਾਂਦੀ ਆ ਕਿ ਕੰਸੈਂਚੁਅਲ ਆ ਕੀ ਨਹੀਂ। ਔਰ ਇਹਦੇ ਵਿੱਚ ਨਵੀਆਂ ਕੈਟਾਗਰੀਜ਼ ਬਣਾਉਣ ਦੀ ਲੋੜ ਹੈਗੀ ਆ, ਕਿਉਂਕਿ ਜਿੱਥੇ ਦੋਨਾਂ ਦਾ ਮਿਊਚੁਅਲ ਹੈਗਾ ਆ, ਜਿਵੇਂ ਇਹ ਵਾਲੇ ਕੇਸਿਸ ਹੁੰਦੇ, ਈਵਨ ਰਨਵੇ ਮੈਰਿਜਸ ਹੋ ਜਾਂਦੀਆਂ ਨੇ, ਛੋਟੇ ਬੱਚੇ ਨੂੰ ਭਜਾ ਕੇ ਲੈ ਜਾਂਦੇ, ਉਹਦੇ ਤੇ ਕਿਡਨੈਪਿੰਗ ਪਲੱਸ ਜਿਹੜਾ ਪੌਕਸੋ ਲੱਗ ਜਾਂਦਾ ਆ। ਸੋ ਉਹਦੇ ਵਿੱਚ ਉਹੀ ਗੱਲ ਆ ਨਾ ਕਿ ਨਿਊ ਲਾਜ਼ ਫਰੇਮ ਕਰਨ ਦੀ ਲੋੜ ਆ। ਪੌਕਸੋ ਉਸ ਚੀਜ਼ ਦੇ ਲਈ ਆ ਜਿੱਥੇ ਨਿੱਕੇ ਬੱਚਿਆਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਗਲਤ ਹੁੰਦਾ ਆ ਨਾ, ਤੇ ਤੁਸੀਂ ਸਮਝ ਸਕਦੇ ਹੋ ਕਿ ਉਹ ਬਹੁਤ ਜ਼ਿਆਦਾ ਟਰਾਮਾਟਾਈਜ਼ਿੰਗ ਜਿਹੜਾ ਹੁੰਦਾ ਆ। ਈਵਨ ਜੇ ਆਪਾਂ ਰੇਪ ਨੂੰ ਵੀ ਲੈ ਲਈਏ, ਜਿਨ੍ਹਾਂ ਦੇ ਨਾਲ ਟਰੂ ਦੇ ਵਿੱਚ ਰੇਪ ਹੁੰਦਾ ਆ, ਉਹ ਬਹੁਤ ਟਰਾਮਾਟਾਈਜ਼ਿੰਗ ਸਟੇਜ ਹੁੰਦੀ ਆ ਔਰ ਬਹੁਤ ਹੀਨੀਅਸ ਕ੍ਰਾਈਮ ਆ। ਬਟ ਇਹ ਜਿਹੜੇ ਮਿਲਗੋ ਬਾਜਾ ਬਣਾਤਾ, ਈਵਨ ਲਿਵਿੰਗ ਰਿਲੇਸ਼ਨਸ਼ਿਪ ਵਾਲੇ ਵੀ ਜਾ ਕੇ ਕਰ ਦਿੰਦੇ ਆ। ਸੋ ਇਹਨਾਂ ਦੇ ਲਈ ਅਲੱਗ ਲਾਅ ਫਰੇਮ ਹੋਣੇ ਚਾਹੀਦੇ। ਜਿਵੇਂ ਹੁਣ ਲਿਵਿੰਗ ਰਿਲੇਸ਼ਨਸ਼ਿਪ ਵਾਲਾ ਆਪਾਂ ਲੈ ਲਈਏ, ਉਹਨੂੰ ਤੁਸੀਂ ਜੇ ਕੱਲ੍ਹ ਨੂੰ ਮੁੰਡਾ ਮੁੱਕਰਦਾ, ਉਹਨੂੰ ਕਰੂਐਲਿਟੀ, ਜਿਵੇਂ ਕਿ ਆਪਣਾ 498A ਹੈਗਾ ਆ, ਮੈਰਿਜ ਵਾਲਾ ਹੈਗਾ ਆ, ਕਰੂਐਲਿਟੀ ਅਗੇਂਸਟ ਵਾਈਫ, ਉਹੋ ਜਿਹਾ offense ਹੋਣਾ ਚਾਹੀਦਾ ਆ। ਮਤਲਬ ਉਹ ਹੀਨੀਅਸ ਕ੍ਰਾਈਮ ਨਹੀਂ, ਸੀਰੀਅਸ ਕ੍ਰਾਈਮ ਚ ਨਹੀਂ, ਮਾਈਨਰ ਕ੍ਰਾਈਮ ਚ ਹੋਣਾ ਚਾਹੀਦਾ। ਕਰਨਾਟਕਾ ਦੀ ਕੋਰਟ ਨੇ ਵੀ ਇਹ ਆਰਡਰ ਦਿੱਤਾ, ਉਹਨਾਂ ਨੇ ਕਿਹਾ ਕਿ ਜੇ 11 ਚ ਹੈਗੇ ਹੋ ਔਰ 6 ਸਾਲ ਇਕੱਠੇ ਹੋ, ਉਸ ਤੋਂ ਬਾਅਦ ਫਿਰ ਉਹ ਰੇਪ ਕੰਸੀਡਰ ਨਹੀਂ ਹੋਊਗਾ, ਬਿਲਕੁਲ ਨਹੀਂ ਕੰਸੀਡਰ ਕੀਤਾ ਜਾਊਗਾ। ਸੋ ਉਹੀ ਤਾਂ ਗੱਲ ਹੈ ਨਾ। ਹਾਂ, ਹੁਣ ਚੀਜ਼ਾਂ ਤਾਂ ਬਹੁਤ ਆ। ਈਵਨ ਮੈਰੀਟਲ ਰੇਪ ਨੂੰ ਰੇਪ ਨਹੀਂ ਕੰਸੀਡਰ ਕੀਤਾ ਜਾਂਦਾ, ਜਦ ਕਿ ਉਹਦੇ ਵੀ ਬਹੁਤ ਸਾਰੇ ਵਿਕਟਮ ਹੈਗੇ ਆ ਜਿਨ੍ਹਾਂ ਨਾਲ। ਇੱਕ ਕੁੜੀ ਨੂੰ ਮੈਂ ਜਾਣਦੀ ਹਾਂ ਜਿਹੜੀ 9th ਮੰਥ ਪ੍ਰੈਗਨੈਂਟ ਸੀ, ਸਟਿਲ ਉਹਦਾ ਹਸਬੈਂਡ ਉਹਨੂੰ ਫੋਰਸ ਕਰਦਾ ਸੀਗਾ। ਸੋ ਬਟ ਉਹ ਰੇਪ ਨਹੀਂ ਗਾ, ਪਰ ਕੰਸੈਂਟ ਤਾਂ ਜ਼ਰੂਰੀ ਆ ਨਾ। ਇਹ ਮੈਂ ਉਹੀ ਗੱਲ ਕਹਿ ਰਹੀ ਹਾਂ ਨਾ, ਇਹ ਬਹੁਤ ਬਿਲਕੁਲ ਇਹ ਗੁੰਝਲਦਾਰ ਸਬਜੈਕਟ ਆ। ਕੁਛ ਲਾਅ ਹੋਣੇ ਚਾਹੀਦੇ ਆ, ਲੀਨੀਅੰਟ ਹੋਣੇ ਚਾਹੀਦੇ ਆ, ਉਹ ਸਖਤ ਨੇ, ਤੇ ਕੁਛ ਸਖਤ ਹੋਣੇ ਚਾਹੀਦੇ ਆ, ਉਹ ਹੈ ਹੀ ਨਹੀਂ ਗੇ। ਔਰ ਇਸ ਦੇ ਉੱਤੇ ਕੋਈ ਖੁੱਲ ਕੇ ਗੱਲ ਵੀ ਨਹੀਂ ਕਰਦਾ ਨਾ, ਮੈਨੂੰ ਲੱਗਦਾ ਸ਼ਰਮ ਵੀ ਮਹਿਸੂਸ ਕਰਦੇ ਨੇ ਲੋਕ। ਗੱਲ ਇਸ ਲਈ ਨਹੀਂ ਕਰਦੇ ਹੈਗੇ। ਹੁਣ ਮੈਂ ਤੁਹਾਡੇ ਚੈਨਲ ਤੇ ਗੱਲ ਕਰਦੀ ਹਾਂ, ਨੀਚੇ ਗਾਲਾਂ ਦੀ ਵਿਛਾੜ ਹੋ ਜਾਣੀ ਆ, ਬਟ ਆਈ ਡੋਂਟ ਕੇਅਰ ਅਬਾਊਟ ਦੈਟ, ਕਿਉਂਕਿ ਜਦ ਅਸੀਂ ਉਸ ਚੀਜ਼ ਲਈ ਬੋਲ ਰਹੇ ਹਾਂ ਤਾਂ ਸਾਨੂੰ ਉਸ ਜਿਹੜੀ ਲਾਰਜ ਪਬਲਿਕ ਓਪੀਨੀਅਨ ਆ, ਜੇ ਅਸੀਂ ਸਮਾਜ ਬਦਲਣਾ, ਉਹਦੇ ਖਿਲਾਫ ਬੋਲਣਾ ਪਊਗਾ। ਪਰ ਇਸੇ ਕਰਕੇ ਹਿੰਮਤ ਨਹੀਂ ਕਰ ਪਾਉਂਦੇ। 4 ਬੰਦਿਆਂ 'ਚ ਬੈਠ ਕੇ ਜ਼ਰੂਰ ਉਸ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਲੈਣਗੇ, ਪਰ ਕਿਸੇ ਦੀ ਇਹ ਹਿੰਮਤ ਨਹੀਂ ਹੈਗੀ ਕਿ ਉਹ ਆ ਕੇ ਬੋਲ ਲੇ। ਉਹ ਬਹੁਤ ਰੇਅਰ ਆ, ਉਹ ਹਿੰਮਤ ਕਰਨੀ ਪਊਗੀ, ਤਾਂ ਹੀ ਸਮਾਜ ਬਦਲੂਗਾ। ਬਿਲਕੁਲ। ਹੁਣ ਤੁਹਾਡੇ ਨਾਲ ਗੱਲ ਕਰਦੇ ਤੁਸੀਂ ਦੇਖ ਲਿਓ, ਮੈਨੂੰ ਬਹੁਤ ਗਾਲਾਂ ਪੈਣੀਆਂ ਨੇ, ਬਟ ਆਈ ਡੋਂਟ ਕੇਅਰ ਅਬਾਊਟ ਦੈਟ। ਔਰ ਉਹ ਚੀਜ਼ ਲਿਆਉਣੀ ਪਊਗੀ ਸਾਨੂੰ ਵੀ, ਠੀਕ ਆ ਕੱਢ ਲਓ ਗਾਲਾਂ।
ਔਰ ਮੈਨੂੰ ਲੱਗਦਾ ਕਿ ਜਿੰਨੇ ਕਮੈਂਟ ਵੀ ਕਰ ਰਹੇ ਨੇ, ਰੱਬ ਨਾ ਕਰੇ ਕੋਈ ਇਹੋ ਜਿਹੀ ਸਿਚੁਏਸ਼ਨਲ ਉਹ ਚੀਜ਼ ਆ ਜਾਵੇ ਤਾਂ ਉਹਨਾਂ ਦਾ ਰਿਐਕਸ਼ਨ ਮੈਨੂੰ ਲੱਗਦਾ ਨਹੀਂ ਕਿ ਸਾਰਿਆਂ ਦਾ ਇਕੁਅਲ ਹੀ ਹੋਊਗਾ, ਸੇਮ ਹੀ ਹੋਊਗਾ। ਜਿਹੜੇ ਗੁੱਡ ਜੌਬ ਲਿਖ ਰਹੇ ਨੇ, ਜੋ ਜਸਟੀਫਾਈ ਕਰ ਰਹੇ ਨੇ, ਉਹ ਨਹੀਂ ਹੋ, ਬਿਲਕੁਲ ਵੀ ਨਹੀਂ ਹੋਊਗਾ। ਜਦੋਂ ਉਹੀ ਹੈ ਨਾ, ਜਿਸ ਤਨ ਲਾਗੇ ਸੋ ਤਨ ਜਾਣੇ। ਦੂਜੇ ਨੂੰ ਕਹਿਣਾ ਬਹੁਤ ਸੌਖਾ, ਬਲਕਿ ਮੈਨੂੰ ਤਾਂ ਲੱਗਦਾ ਕਿ ਸਰਕਾਰ ਨੂੰ ਇਹ ਜਿਹੜੇ ਇਹੋ ਜਿਹੇ ਕ੍ਰਾਈਮ ਨੂੰ ਗੁੱਡ ਜੌਬ ਲਿਖ ਰਹੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਆ। ਸਾਨੂੰ ਥੋੜਾ ਜਿਹਾ ਸੋਸ਼ਲ ਮੀਡੀਆ ਦੀ ਜਿਹੜੀ ਚੰਗੀ ਚੀਜ਼ ਆ, ਮਤਲਬ ਜਿੱਥੇ ਅਸੀਂ ਸਹੀ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ ਆ, ਪਰ ਜਿਨ੍ਹਾਂ ਨੂੰ ਸਰਕਾਰਾਂ ਬੰਦ ਕਰਾ ਦਿੰਦੀਆਂ ਨੇ, ਠੀਕ ਹੈ, ਉਹ ਬੈਨ ਨਹੀਂ ਹੋਣੇ ਚਾਹੀਦੇ, ਬਲਕਿ ਕਿਉਂਕਿ ਉਹ ਪਬਲਿਕ ਓਪੀਨੀਅਨ ਆ, ਉਹ ਜ਼ਰੂਰੀ ਆ, ਉਹ ਚੌਥਾ ਸਤੰਭ ਆ, ਮਤਲਬ ਸਾਡਾ ਪਿੱਲਰ ਆ ਉਹ, ਹੈ ਨਾ। ਉਹ ਸਾਨੂੰ ਖੁੱਲ੍ਹ ਕੇ ਸਰਕਾਰ ਦੀ ਆਲੋਚਨਾ ਕਰਨ ਦਾ, ਸਮਾਜ ਦੀਆਂ ਕਮੀਆਂ ਦੀ ਆਲੋਚਨਾ ਕਰਨ ਦਾ ਹੱਕ ਹੋਣਾ ਚਾਹੀਦਾ ਆ। ਪਰ ਜਿੱਥੇ ਕਿਸੇ ਕ੍ਰਾਈਮ ਨੂੰ ਜਸਟੀਫਾਈ ਕੀਤਾ ਜਾਂਦਾ, ਜਿੱਥੇ ਮੀਡੀਆ ਟ੍ਰਾਇਲ ਚਲਾਏ ਜਾਂਦੇ ਆ, ਉੱਥੇ ਰਿਸਟ੍ਰਿਕਸ਼ਨਸ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਕਈ ਵਾਰ ਕੇਸ ਕੁਛ ਹੋਰ ਹੁੰਦਾ, ਮੀਡੀਆ ਬਣਾ ਕੁਛ ਹੋਰ ਦਿੰਦਾ ਆ ਜੀ। ਇਹ ਤੁਸੀਂ ਵੀ ਦੇਖਿਆ ਹੋਊਗਾ। ਪਿੱਛੇ ਜੇ ਦਿੱਲੀ ਤੋਂ ਇੱਕ ਲੇਡੀ ਹੈਗੀ ਆ ਜਿਹਨੂੰ ਹੁਣ ਸਜ਼ਾ ਹੋਈ ਆ, ਆਪਦੀ ਭਰਜਾਈ ਦੇ ਨਾਲ ਡੋਰੀ ਦਾ ਕੇਸ ਸੀਗਾ ਕੁਛ, ਉਹਨੇ ਆਪਣੇ ਹਸਬੈਂਡ ਨੂੰ ਫਸਾਇਆ ਸੀਗਾ ਝੂਠੇ ਕੇਸ ਦੇ ਵਿੱਚ। ਉਹ ਹਸਬੈਂਡ ਦੀ ਸਾਰੀ ਲਾਈਫ ਮੀਡੀਆ ਨੇ ਖਰਾਬ ਕਰਤੀ, ਗਲਤ ਰਿਪੋਰਟਿੰਗ ਕਰਕੇ, ਕੁੜੀ ਨੂੰ ਵਿਕਟਮ ਬਣਾ ਕੇ ਤੇ ਮੁੰਡੇ ਨੂੰ ਵਿਲਨ ਬਣਾ ਕੇ। ਜਦ ਕਿ ਐਟ ਦੀ ਐਂਡ ਰਿਜ਼ਲਟ ਇਹ ਨਿਕਲਿਆ ਸੀ ਕੋਰਟ ਤੋਂ ਜਦੋਂ ਬਰੀ ਹੋਏ ਸੀਗੇ ਕਿ ਗਰਲ ਵਾਜ਼ ਰੋਂਗ, ਉਹ ਮੁੰਡਾ ਸਹੀ ਸੀਗਾ ਜੀ। ਸੋ ਮੀਡੀਆ ਟ੍ਰਾਇਲ ਚੀਜ਼ਾਂ ਨੂੰ ਖਰਾਬ ਕਰ ਦਿੰਦੇ ਆ। ਕਈ ਵਾਰ ਕਸੂਰਵਾਰ ਕੋਈ ਹੋਰ ਹੁੰਦਾ ਆ, ਬਟ ਇੱਕ ਪਬਲਿਕ ਓਪੀਨੀਅਨ ਚੱਲ ਪੈਂਦੀ ਆ। ਹੁਣ ਇਸ ਕੇਸ ਦੇ ਵਿੱਚ ਵੀ ਮੀਡੀਆ ਟ੍ਰਾਇਲ ਚੱਲ ਰਿਹਾ, ਦੈਟ ਇਜ਼ ਰੋਂਗ। ਮੈਂ ਇੱਕ ਕਮੈਂਟ ਪੜ੍ਹ ਰਿਹਾ ਸੀ, ਕਿਸੇ ਸੱਜਣ ਨੇ ਲਿਖਿਆ ਹੋਇਆ ਸੀ, ਕਹਿੰਦੇ ਵਧੀਆ ਕੀਤਾ, ਸੌਦਾ ਲਾ ਦਿੱਤਾ, ਔਰ ਕਹਿੰਦੇ ਹੁਣ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਕਹਿੰਦੇ ਕੁੜੀਆਂ ਸੁਧਰ ਜਾਣਗੀਆਂ। ਨਹੀਂ, ਇਹ ਤਾਂ ਕਦੇ ਵੀ ਨਹੀਂ ਸੁਧਰਦੇ। ਡੈਟਰ ਨਾਲ ਕੌਣ ਸੁਧਰਦਾ ਆ? ਸਾਰਿਆਂ ਨੂੰ ਪਤਾ ਆ ਰੇਪ ਦੀ, ਮਰਡਰ ਦੀ ਸਜ਼ਾ ਫਾਂਸੀ ਤੱਕ ਆ। ਕਿੰਨੇ ਕੁ ਹਟ ਜਾਂਦੇ ਆ ਕਰਨੋਂ? ਇਹ ਰਿਫਾਰਮ ਨਾਲ ਸੁਧਰਦੇ ਨੇ ਲੋਕ, ਸਾਡੇ ਡੈਟਰ ਨਾਲ ਨਹੀਂ। ਜੇ ਇਸੇ ਤਰ੍ਹਾਂ ਹੁੰਦੇ ਤਾਂ ਫਿਰ ਸਾਡੇ ਆ ਥੋੜ੍ਹੀ ਕਹਿਣਾ ਸੀਗਾ, ਮਤਲਬ ਮੈਂ ਗੱਲ ਕਰ ਰਹੀ ਹਾਂ ਨਾ, ਫਿਰ ਤਾਂ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀਗਾ ਤਦੋਂ ਸਿੱਖ ਬਣਨੇ ਬੰਦ ਹੋ ਜਾਂਦੇ। ਕਿਵੇਂ ਬੰਦ ਹੋ ਜਾਂਦੇ? ਨਹੀਂ ਨਾ। ਸੋ ਕਿਸੇ ਵੀ ਚੀਜ਼ ਨੂੰ, ਹੋ ਸਕਦਾ ਮੇਰੀ ਇੱਥੇ ਐਗਜ਼ਾਮਪਲ ਕਿਸੇ ਨੂੰ ਨਾ ਸਹੀ ਲੱਗੇ, ਬਟ ਗੱਲ ਤਾਂ ਉਹੀ ਆ ਕਿ ਰਿਫਾਰਮ ਨਾਲ ਚੀਜ਼ ਹੁੰਦੀ ਆ, ਡਰਾਵੇ ਨਾਲ ਕਦੇ ਵੀ ਕੁਛ ਨਹੀਂ ਸਹੀ ਹੁੰਦਾ। ਫਿਰ ਤਾਂ ਸਾਰੇ ਜਿਹਾਦ ਦੇ ਨਾਂ ਤੇ ਟੈਰਰਿਜ਼ਮ ਚੱਲਦਾ, ਜਿਹਾਦ ਚੱਲ ਪੈਂਦਾ। ਨਹੀਂ ਹੋਇਆ ਨਾ। ਔਰ ਆਪਾਂ ਗੱਲ ਕਰ ਰਹੇ ਹਾਂ, ਅੱਜ ਹੀ ਇੱਕ ਹੋਰ ਲੇਟੈਸਟ ਇੰਸੀਡੈਂਟ ਹੋਇਆ ਚੰਡੀਗੜ੍ਹ ਦੇ ਵਿੱਚ। ਇੱਕ 19 ਸਾਲ ਦੀ ਕੁੜੀ ਹੈ, ਉਹਨੇ ਆਪਣੇ ਪਿਓ ਦਾ ਕਤਲ ਕਰਤਾ। ਕਹਿੰਦੇ ਉਹ ਸ਼ਰਾਬ ਪੀਂਦਾ ਸੀਗਾ, ਅਬਿਊਜ਼ ਕਰਦਾ ਸੀ, ਕੁੱਟਦਾ ਸੀ, ਮਾਰਦਾ ਸੀ ਬੱਚਿਆਂ ਦੇ ਸਾਹਮਣੇ, ਆਪਣੇ ਉਹਦੇ ਭੈਣ ਭਰਾਵਾਂ ਦੇ ਸਾਹਮਣੇ ਕੁੱਟਮਾਰ ਹੁੰਦੀ ਸੀ, ਮਾਂ ਦੇ ਸਾਹਮਣੇ ਕੁੱਟਮਾਰ ਹੁੰਦੀ ਸੀ। ਮੈਂ ਉਹਨੂੰ ਵੀ ਜਸਟੀਫਾਈ ਨਹੀਂ ਕਰੂੰਗੀ। ਉਹਨੂੰ ਪੁਲਿਸ ਸਟੇਸ਼ਨ ਲਿਜਾ ਸਕਦੀ ਸੀ, ਉਹ ਤੋਂ ਵੱਖ ਹੋ ਕੇ ਰਹਿ ਸਕਦੇ ਸੀ। ਦੇयर ਆਰ ਆਪਸ਼ਨਸ। ਕਿਸੇ ਨੂੰ ਵੀ ਮਾਰਨਾ, ਚਾਹੇ ਉਹ ਕੋਈ ਵੀ ਆ, ਜਸਟੀਫਾਈ ਨਹੀਂ। ਉਹਨੂੰ ਵੀ ਕਈ ਲੋਕ ਕਹਿੰਦੇ, ਕਈ ਲੋਕ ਗਾਲਾਂ ਕੱਢ ਰਹੇ ਹੋਣੇ ਉਹਨੂੰ ਕਿ ਕੁੜੀ ਨੇ ਪਿਓ ਮਾਰਿਆ ਆ, ਠੀਕ ਹੈ ਨਾ। ਮਤਲਬ ਉਹ ਕਪੁੱਤੀ ਹੋ ਗਈ ਆ, ਹੈ ਨਾ, ਉਹ ਆਪਾਂ ਕਹਿ ਸਕਦੇ ਹਾਂ। ਪੁੱਤ ਕਪੁੱਤ ਹੁੰਦੇ ਆ, ਪੁੱਤ ਕਪੁੱਤ ਤੇ ਹੁਣ ਕਪੁੱਤਰੀ ਹੋ ਗਈ, ਜੋ ਵੀ ਆ ਵਾਟਐਵਰ। ਤਾਂ ਸ਼ਾਇਦ ਉਹਨੂੰ ਗਾਲਾਂ ਕੱਢ ਰਹੇ ਹੋਣਗੇ ਜ਼ਿਆਦਾਤਰ ਲੋਕ, ਠੀਕ ਆ। ਉਹਨੇ ਚਾਹੇ ਜਿਹੜੇ ਮਰਜ਼ੀ ਰੀਜ਼ਨ ਕਰਕੇ ਕੀਤਾ, ਮਾਰਨਾ ਉਹਨੂੰ ਵੀ ਨਹੀਂ ਚਾਹੀਦਾ ਸੀਗਾ, ਚਾਹੇ ਉਹ ਪ੍ਰੋਵੋਕੇਸ਼ਨ ਦੇ ਨਾਲ ਹੋ ਗਿਆ। ਸੋ ਦੇयर ਆਰ ਆਪਸ਼ਨਸ। ਉਹ ਅਲੱਗ ਰਹਿ ਸਕਦੇ ਸੀਗੇ ਜੇ ਸਾਰੇ ਭੈਣ ਭਰਾ। ਮਾਂ ਵੀ ਤੰਗ ਸੀਗੀ, ਮਾਂ ਵੱਲੋਂ FIR ਕਰਾ ਸਕਦੀ ਸੀ, ਫਾਦਰ ਨੂੰ ਅੰਦਰ ਕਰਾ ਸਕਦੇ ਸੀ। ਸੋ ਹਰੇਕ ਚੀਜ਼ ਦੇ ਹੱਲ ਹੁੰਦੇ ਨੇ, ਮਾਰਨਾ ਕਿਸੇ ਨੂੰ ਕਦੇ ਕੋਈ ਹੱਲ ਨਹੀਂ ਹੁੰਦਾ। ਬਿਲਕੁਲ ਬਿਲਕੁਲ। ਔਰ ਸੰਗਰੂਰ ਦੇ ਵਿੱਚ ਵੀ ਇਹ ਆਈ ਹੈ ਖਬਰ ਕਿ ਭਰਾ ਔਰ ਮਾਸੜ ਨੇ ਕੁੜੀ ਮਾਰਤੀ, ਕਿਉਂਕਿ ਉਹਨਾਂ ਨੇ ਆਪਣੇ ਪਹਿਲਾਂ ਕਹਿੰਦੇ ਬੱਚਿਆਂ ਨੂੰ ਛੱਡਿਆ, ਫਿਰ ਕਿਸੇ ਮੁੰਡੇ ਨਾਲ ਰਹਿਣ ਲੱਗ ਗਈ। ਉਹ ਮੁੰਡਾ ਛੱਡ ਕੇ ਚਲਾ ਗਿਆ, ਔਰ ਵਾਪਸ ਜਦੋਂ ਘਰ ਪਰਤੀ ਤਾਂ ਉੱਥੋਂ ਦੀ ਉਹਨੂੰ ਲੈ ਕੇ ਚਲਾ। ਵਾੜਨਾ ਹੀ ਨਹੀਂ ਚਾਹੀਦਾ ਸੀ। ਜਿਹੜੀ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਗਈ, ਮਾਰਨਾ ਵੀ ਨਹੀਂ ਚਾਹੀਦਾ ਸੀ, ਵਾੜਨਾ ਵੀ ਉਹਨੂੰ, ਬਲਕਿ ਦਿਖਾਉਣਾ ਚਾਹੀਦਾ ਸੀਗਾ ਵੀ ਤੂੰ ਗਲਤ ਰਾਹ ਤੇ ਪਈ ਆ, ਤੂੰ ਆਪਣੇ ਬੱਚਿਆਂ ਨੂੰ ਛੱਡ ਕੇ ਗਈ ਆ, ਤੂੰ ਆਪਣੀ ਜ਼ਿੰਦਗੀ ਦੇਖ। ਪਰ ਇੱਕ ਈਗੋ ਕਲੈਸ਼ ਆ ਜਾਂਦਾ ਨਾ। ਮੈਂ ਉਹੀ ਗੱਲ ਕਹਿ ਰਹੀ ਹਾਂ, ਉਹੀ ਚੀਜ਼ ਦਾ ਰੌਂਗ ਹੈ ਨਾ। ਉਹ ਈਗੋ, ਇਹੋ ਜਿਹੀ ਅਣਖ ਝੂਠੀ ਹੁੰਦੀ ਆ ਮੇਰੀ ਨਜ਼ਰ ਦੇ ਵਿੱਚ, ਤੇ ਅਣਖ ਝੂਠੀ ਆ। ਇਹੋ ਜਿਹੀ ਕੋਈ ਇੱਜ਼ਤ ਨਹੀਂ ਹੁੰਦੀ। ਇੱਜ਼ਤ ਉਹ ਹੁੰਦੀ ਹੈ ਜਿਹੜੀ ਅਸੀਂ ਆਪਣੇ ਚੰਗੇ ਕਰਮਾਂ ਨਾਲ ਕਮਾਉਂਦੇ ਆ। ਇਹ ਜਿਹੜੀ ਸੁਸਾਇਟੀ ਨੂੰ ਖੁਸ਼ ਕਰਨ ਲਈ ਹੁੰਦੀ ਹੈ, ਦੂਜਿਆਂ ਨੂੰ ਖੁਸ਼ ਕਰਦੇ ਕਰਦੇ ਤੁਸੀਂ ਅੰਦਰੋਂ ਮਰ ਜਾਂਦੇ ਹੋ। ਸੋ ਪਰ ਇਹ ਸਾਡੀ ਸੁਸਾਇਟੀ ਦੇ ਵਿੱਚ ਰਹਿ ਗਈਆਂ। ਹੁਣ ਕਿਹੜਾ ਉਹਦੇ ਫਾਦਰ ਬਾਰੇ ਜਿਹੜੇ ਲੋਕ ਆ ਨਹੀਂ ਗੱਲਾਂ ਕਰਨਗੇ? ਕੀ ਪਤਾ ਉਹਦੇ ਫਾਦਰ ਦਾ ਕੀ ਕਿਰਦਾਰ ਆ, ਜਿਹੜੀ ਉਹਨੇ ਹੁਣ ਉਹਦੀ ਬਹੁਤ ਇੱਜ਼ਤ ਬਣ ਗਈ ਆ। ਵੈਸੇ ਗੱਲ ਆ, 4 ਲੋਕ ਉਹਦੇ ਲਈ ਵਾਹ ਵਾਹ ਕਰ ਦੇਣਗੇ, ਪਰ ਕੀ ਸੁਸਾਇਟੀ ਦੇ ਲੋਕ ਜਿਹੜੇ ਸਿਆਣੇ ਨੇ, ਜਿਨ੍ਹਾਂ ਦੀਆਂ ਆਪਣੀਆਂ ਧੀਆਂ ਨੇ, ਚਾਹੇ ਉਹਨਾਂ ਦੀਆਂ ਧੀਆਂ ਗਲਤ ਰਾਹ ਤੇ ਵੀ ਪਈਆਂ ਹੋਣ, ਕੀ ਉਹ ਉਹਨੂੰ ਐਕਸੈਪਟ ਕਰਨਗੇ? ਇਨ ਰਿਐਲਿਟੀ 'ਚ ਨਹੀਂ ਕਰਨਗੇ। ਜ਼ਿੰਦਗੀਆਂ ਇਹਨਾਂ ਦੀਆਂ ਬਰਬਾਦ ਹੋਈਆਂ। ਬਿਲਕੁਲ। ਐਟ ਲਾਸਟ ਭੁਗਤਣਾ ਤਾਂ ਇਹਨਾਂ ਨੂੰ ਪਏਗਾ, ਭੁਗਤਣਾ ਤਾਂ ਇਹਨੂੰ ਹੀ ਪਏਗਾ ਨਾ। ਬੱਚੀ ਵੀ ਇਹਦੀ ਗਈ ਆ,
ਸੋ ਬਹੁਤ ਸਾਰੇ ਤਰੀਕੇ ਸੀ। ਹੁਣ ਮੈਨੂੰ ਤਾਂ ਇਹ ਵੀ ਨਹੀਂ, ਬੱਚੀ ਦੀ ਮਾਂ ਦਾ ਕੋਈ ਬਿਆਨ ਨਹੀਂਗਾ, ਕੁਛ ਨਹੀਂਗਾ। ਸੋ ਪਤਾ ਨਹੀਂ ਕੀ ਸਿਚੁਏਸ਼ਨ ਆ। ਮੈਂ ਸੁਣਿਆ ਸੀ ਉਹ ਬੱਚੇ ਦੀ ਮਦਰ ਦਾ ਕਹਿਣਾ ਸੀ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਚੱਲਣ ਦਿੱਤਾ, ਸਾਨੂੰ ਕਹਿੰਦੇ ਕੋਈ ਆਇਓ ਨਾ, ਉੱਥੇ ਇਕੱਲੇ ਨੂੰ ਸ਼ਟਰ 'ਚ ਲੈ ਕੇ ਜਾ ਕੇ ਬੰਦ ਕਰਕੇ ਉੱਥੇ ਕੁੱਟਮਾਰ ਕੀਤੀ। ਦੇਖੋ ਫਿਰ ਉਹਦੇ ਦਾਦਾ ਜੀ ਵੀ ਇਹੀ ਗੱਲ ਕਹਿ ਰਹੇ ਸੀਗੇ। ਔਰ ਮਤਲਬ ਦਾਦਾ ਜਸਟੀਫਾਈ ਕਰ ਰਹੇ ਇਸ ਚੀਜ਼ ਨੂੰ? ਨਹੀਂ, ਪਰਿਵਾਰ ਤਾਂ ਨਹੀਂ ਜਸਟੀਫਾਈ ਕਰ ਰਿਹਾ। ਉਹੀ ਗੱਲ ਹੈ ਨਾ, ਜਦ ਜਿਹਦਾ ਪਰਿਵਾਰ ਹੀ ਜਸਟੀਫਾਈ ਨਹੀਂ ਕਰ ਰਿਹਾ ਇਸ ਚੀਜ਼ ਨੂੰ, ਬਾਕੀ ਕੌਣ ਕਰ ਦੂਗਾ? ਤੁਸੀਂ ਆਪ ਸੋਚੋ। ਪਰ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ? ਇਹ ਤਾਂ ਸਾਡਾ ਸਮਾਜ ਆ। ਸਮਾਜ ਨੂੰ, ਸਾਡੇ ਵਰਗੇ ਲੋਕਾਂ ਨੂੰ ਹੀ ਸਮਝਾਉਣਾ ਪਊਗਾ, ਜਿਨ੍ਹਾਂ ਨੂੰ ਜਿਹੜੀਆਂ ਚੀਜ਼ਾਂ, ਦੇਖੋ ਅਸੀਂ ਹਰ ਰੋਜ਼ ਸਿੱਖਦੇ ਹਾਂ। ਮੇਰੇ 'ਚ 100 ਕਮੀਆਂ ਹੋਣਗੀਆਂ, ਮੈਂ ਵੀ ਦੇਖ ਕੇ ਸਿੱਖਦੀ ਹਾਂ। ਸੋ ਇਹ ਤਾਂ ਸਾਡੀ ਸੋਸ਼ਲਾਈਜੇਸ਼ਨ ਤੇ ਆ ਕਿ ਹੁਣ ਸਮਾਂ ਬਦਲ ਗਿਆ ਆ। ਐਜੂਕੇਸ਼ਨ ਸਿਰਫ ਅਸੀਂ ਕਿਤਾਬਾਂ ਕਾਲੀਆਂ ਕਰਨ ਲਈ ਜਾਂ ਡਿਗਰੀ ਲੈਣ ਲਈ ਨਹੀਂ ਕਰਨੀ ਹੈਗੀ, ਅਸੀਂ ਇਹਦਾ ਆਪਣੇ ਵਿਜ਼ਨ ਦਾ ਵਿਕਾਸ ਕਰਨਾ ਹੈ। ਅਸੀਂ ਕਿੱਥੋਂ ਹੋਮੋਸੇਪੀਅਨ ਤੋਂ ਕਿੱਥੋਂ ਉੱਠ ਕੇ ਕੀ ਬਣੇ ਆ ਜੀ, ਠੀਕ ਆ। ਕਿੰਨੇ ਰੈਵੋਲੂਸ਼ਨ ਆ, ਕੋਗਨੇਟਿਵ ਰੈਵੋਲੂਸ਼ਨ ਹੁੰਦਾ, ਐਗਰੀਕਲਚਰ ਰੈਵੋਲੂਸ਼ਨ ਹੁੰਦਾ, ਫਿਰ ਇੰਡਸਟਰੀਅਲ ਰੈਵੋਲੂਸ਼ਨ ਹੁੰਦਾ, ਸਾਇੰਟੀਫਿਕ ਰੈਵੋਲੂਸ਼ਨ। ਕਿੱਥੇ ਅਸੀਂ ਕਿੱਥੇ ਪਹੁੰਚੇ ਆ? ਕੀ ਅਸੀਂ ਦੁਬਾਰਾ ਉਹੀ ਜੰਗਲ ਰਾਜ ਲਿਆਉਣਾ ਚਾਹੁੰਦੇ ਹਾਂ? ਇਹ ਤਾਂ ਸਾਨੂੰ ਸੋਚਣਾ ਪਊਗਾ। ਔਰ ਜੇ ਉਹ ਚੀਜ਼ਾਂ ਦੇ ਚੰਗੇ ਵਿਕਾਸ ਹੋ ਸਕਦੇ ਆ ਤਾਂ ਸੁਸਾਇਟੀ 'ਚ ਇਸ ਚੀਜ਼ ਦਾ ਵਿਕਾਸ ਵੀ ਹੋਊਗਾ। ਮਾਪਿਆਂ ਨੂੰ ਘਰੇ ਵੀ ਕਾਉਂਸਲਿੰਗ ਕਰਨੀ ਚਾਹੀਦੀ ਹੈ। ਬਿਲਕੁਲ ਕਾਉਂਸਲਿੰਗ, ਮਾਪਿਆਂ ਦੀ ਕਾਉਂਸਲਿੰਗ ਦੀ ਵੀ ਲੋੜ ਆ ਕਿ ਹਾਊ ਟੂ ਬੀ ਅ ਗੁੱਡ ਪੇਰੈਂਟ। ਇਸ ਚੀਜ਼ ਦੀ ਕਾਉਂਸਲਿੰਗ ਦੀ ਵੀ ਲੋੜ ਆ। ਮੈਨੂੰ ਲੱਗਦਾ ਕਿ ਜਿਹੜੀ ਚੀਜ਼ਾਂ ਅਸੀਂ ਬੱਚਿਆਂ ਦੀਆਂ ਕਾਉਂਸਲਿੰਗਸ ਕਰਦੇ ਆ ਕਿ ਬੱਚਿਆਂ ਨੂੰ ਕਿਹੜੀ ਚੀਜ਼ਾਂ ਸਹੀ ਆ ਗਲਤ ਆ, ਸਾਨੂੰ ਮਾਪਿਆਂ ਦੀ ਕਾਉਂਸਲਿੰਗ ਕਰਨੀ ਚਾਹੀਦੀ ਆ, ਤਾਂ ਕਿ ਮਾਪੇ ਆਪਣੇ ਬੱਚਿਆਂ ਦੀ ਖੁਦ ਕਾਉਂਸਲਿੰਗ ਕਰਨ, ਉਹ ਆਪਣੇ ਬੱਚਿਆਂ ਨੂੰ ਸਹੀ ਰਾਹ ਦੇ ਉੱਤੇ ਖੁਦ ਲੈ ਕੇ ਆਉਣ ਤੇ ਉਹ ਉਹਨਾਂ ਦੇ ਫਰੈਂਡਸ ਬਣਨ। ਅੱਜ ਦੇ ਟਾਈਮ ਦੇ ਵਿੱਚ ਦਿਸ ਇਜ਼ ਸੈਂਸਿਟਿਵ ਇਸ਼ੂ। ਬਿਲਕੁਲ, ਕਿਉਂਕਿ ਪੇਰੈਂਟਸ ਕੋਲ ਟਾਈਮ ਨਹੀਂ ਹੁੰਦਾ, ਬੱਚਿਆਂ ਨੂੰ ਦੇ ਨਹੀਂ ਪਾਉਂਦੇ, ਬੱਚਿਆਂ ਨੂੰ ਫੋਨ ਦੇ ਦਿੰਦੇ ਨੇ। ਇਹੋ ਜਿਹਾ ਕਮਾ ਕੇ ਤੁਸੀਂ ਕੀ ਕਰਨਾ ਆ? ਤੁਸੀਂ ਵੱਡੀਆਂ ਗੱਡੀਆਂ ਲੈ ਕੇ, ਵੱਡੇ ਘਰ ਲੈ ਕੇ ਕੀ ਕਰ ਲਓਗੇ ਜੇ ਤੁਹਾਡੀ ਔਲਾਦ ਹੀ ਤੁਹਾਡੇ ਕਹਿਣੇ ਤੋਂ ਬਾਹਰ ਹੋ ਜਾਊ? ਵੱਡੀਆਂ ਗੱਡੀਆਂ ਲੈ ਕੇ ਆਪਣੇ ਬੱਚਿਆਂ ਨੂੰ ਘੁਮਾਉਣ ਦਾ ਟਾਈਮ ਹੀ ਨਹੀਂ ਹੈਗਾ, ਜਿਨ੍ਹਾਂ ਨੇ ਘੁੰਮਣਾ ਹੀ ਡਰਾਈਵਰਾਂ ਦੇ ਨਾਲ ਹੈ, ਹਨਾ, ਜਿਨ੍ਹਾਂ ਨੇ ਘੁੰਮਣਾ ਹੀ ਡਰਾਈਵਰਾਂ ਨਾਲ ਹੈ। ਤੁਸੀਂ ਕੀ ਕਰਨਾ ਐਡੀ ਕਮਾਈ ਕਰਕੇ? ਕਮਾਈ ਓਨੀ ਕੁ ਕਰੋ ਜਿੰਨੀ ਨਾਲ ਤੁਸੀਂ ਆਪਣੇ ਟੱਬਰ ਨੂੰ ਖੁਸ਼ ਰੱਖ ਸਕੋ। ਜਿਆਦਾ ਪਿਓ ਘਰ ਆਉਂਦਾ ਤਾਂ ਬੱਚੇ ਬਾਹਰ ਹੁੰਦੇ ਨੇ, ਪਿਓ ਸਵੇਰੇ ਜਾਂਦਾ, ਬੱਚੇ ਸੋਹਰੇ ਹੁੰਦੇ ਨੇ, ਤਾਂ ਉਹ ਬਾਹਰ ਵਾਲਾ ਕਲਚਰ, ਜਿਹੜੀਆਂ ਚੀਜ਼ਾਂ ਸਾਨੂੰ ਵੈਸਟ ਦੀਆਂ ਅਪਣਾਉਣੀਆਂ ਚਾਹੀਦੀਆਂ ਨੇ ਉਹ ਅਸੀਂ ਅਪਣਾਉਂਦੇ ਨਹੀਂ। ਪਰ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਅਪਣਾਉਣੀਆਂ ਚਾਹੀਦੀਆਂ, ਜੋ ਸਾਡੀਆਂ ਰੂਟਸ ਜ਼ਿਆਦਾ ਵਧੀਆ ਨੇ, ਉਹ ਅਸੀਂ ਛੱਡਦੇ ਹਾਂ, ਅਸੀਂ ਉਹਨਾਂ ਦੀ ਅਪਣਾ ਰਹੇ ਹਾਂ। ਵੈਸਟ ਨੂੰ ਤਾਂ ਆਪਾਂ ਫੈਸ਼ਨ ਦੇ ਮਾਮਲੇ 'ਚ ਤਾਂ ਬਹੁਤ ਐਗਰੈਸਿਵਲੀ ਫੋਲੋ ਕਰਦੇ ਹਾਂ। ਐਗਜ਼ੈਕਟਲੀ ਉਹੀ ਗੱਲ ਕਹਿ ਰਹੀ ਹਾਂ ਨਾ। ਜਿਹੜੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਨੇ ਵੈਸਟ 'ਚ, ਬਹੁਤ ਸੋਚ ਚੰਗੀ ਵਾਲੀਆਂ ਹੈਗੀਆਂ ਨੇ, ਟੋਲਰੈਂਸ ਵਾਲੀਆਂ ਹੈਗੀਆਂ ਨੇ, ਦੂਜੇ ਦੀ ਓਪੀਨੀਅਨ ਨੂੰ ਸਮਝਣ ਵਾਲੀਆਂ ਹੈਗੀਆਂ ਨੇ, ਓਪਨਲੀ ਕਹੀ ਦਿੰਦੇ ਨੇ, ਦੱਸ ਵੀ ਦਿੰਦੇ ਘਰੇ ਕਿ ਹਾਂ ਖੁੱਲ ਕੇ ਗੱਲ ਕਰਨ ਵਾਲੀਆਂ ਹੈਗੀਆਂ ਨੇ। ਬੱਚਿਆਂ ਨੂੰ ਮਾਂ-ਬਾਪ ਖੁਦ ਦੱਸਦੇ ਆ ਕਿ ਤੁਹਾਡੇ ਕਿਹੜੇ ਪ੍ਰਾਈਵੇਟ ਪਾਰਟ ਆ ਬੇਟਾ, ਕੀ ਸਹੀ ਆ ਕੀ ਗਲਤ ਆ। ਫਾਦਰ ਖੁਦ ਬੱਚੀ ਦੇ ਪੀਰੀਅਡ ਸੈਲੀਬ੍ਰੇਟ ਕਰਦੇ ਨੇ, ਠੀਕ ਹੈ। ਉਹ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਅਡਾਪਟ ਕਰਨੀਆਂ ਚਾਹੀਦੀਆਂ ਨੇ, ਨਾ ਕਿ ਉਹਨਾਂ ਵਾਲਾ ਆ ਕਲਚਰ ਕਿ ਬੱਚੇ ਆਪਣੇ ਰਾਹ ਦੇ ਉੱਤੇ, ਮਾਪੇ ਆਪਣੇ ਰਾਹ ਦੇ ਉੱਤੇ। ਉਹ ਫੈਮਿਲੀ ਦੀ ਜਿਹੜੀ ਸਾਡੀ ਇੱਕ ਫੈਮਿਲੀ ਦੀ ਬੌਂਡ ਹੁੰਦੀ ਆ, ਉਹ ਖਤਮ ਹੁੰਦੀ ਜਾ ਰਹੀ ਆ। ਆਪਣੇ ਤਾਂ ਇੱਥੇ ਟੈਬੂ ਮੰਨਿਆ ਜਾਂਦਾ ਉਸ ਚੀਜ਼ ਨੂੰ। ਉਹੀ ਤਾਂ ਗੱਲ ਆ ਨਾ। ਜੇ ਆਪਾਂ ਆਪਣੇ ਐਂਸੈਸਟਰਲਸ ਤੋਂ ਦੇਖੀਏ, ਈਵਨ ਹੋਮੋਸੇਪੀਅਨ ਦੇ ਟਾਈਪ ਤੋਂ, ਏਪਸ ਤੋਂ ਆਏ ਕਹਿੰਦੇ ਆ ਆਪਾਂ, ਉਹ ਵੀ ਝੁੰਡਾਂ 'ਚ ਰਹਿੰਦੇ ਸੀ, ਅਸੀਂ ਵੀ ਝੁੰਡਾਂ 'ਚ ਰਹਿੰਦੇ ਸੀ। ਈਵਨ ਮੈਂ ਪੜ੍ਹ ਰਹੀ ਸੀ ਬੁੱਕ, ਉਹਦੇ ਵਿੱਚ ਸੀਗਾ ਕਿ ਪਹਿਲਾਂ ਕਾਮਨ ਫਾਦਰਹੁੱਡ ਵਾਲਾ ਕੰਸੈਪਟ ਹੁੰਦਾ ਸੀ, ਪਤਾ ਹੀ ਨਹੀਂ ਹੁੰਦਾ ਸੀ ਕੌਣ ਫਾਦਰ ਆ। ਚਲੋ ਅਸੀਂ ਸਿਆਣੇ ਹੋ ਗਏ, ਵਿਕਸਿਤ ਹੋ ਗਏ, ਸਾਨੂੰ ਸਮਝ ਲੱਗ ਗਿਆ, ਪਰ ਸਾਡੀਆਂ ਵੱਡੀਆਂ ਫੈਮਲੀਜ਼ ਹੁੰਦੀਆਂ ਸੀ। ਜਦੋਂ ਵੱਡੀਆਂ ਫੈਮਲੀਜ਼ ਹੁੰਦੀਆਂ ਸੀਗੀਆਂ, ਬੱਚਿਆਂ ਨੂੰ ਦਾਦੀਆਂ ਸੰਭਾਲਦੀਆਂ ਸੀ, ਦਾਦਾ ਦਾਦੀ ਬੱਚਿਆਂ ਨੂੰ ਉਹ ਸਿੱਖਿਆ ਦਿੰਦੇ ਸੀ ਜੀ, ਠੀਕ ਆ। ਅੱਜ ਕੱਲ੍ਹ ਮਾਵਾਂ ਦੇ ਵਿੱਚ ਵੀ ਕਮੀ, ਉਹ ਦਾਦਾ ਦਾਦੀ ਕੋਲ ਬੱਚਿਆਂ ਨੂੰ ਜਾਣ ਨਹੀਂ ਦਿੰਦੀਆਂ ਚੰਗੀ ਤਰ੍ਹਾਂ। ਇਹ ਵੀ ਕਮੀ ਆ। ਔਰ ਆਪ ਬੱਚਿਆਂ ਤੇ ਚੰਗੀ ਤਰ੍ਹਾਂ ਧਿਆਨ ਨਹੀਂ ਦਿੰਦੀਆਂ, ਨਿਊਟਰਲ ਤੋਂ ਵੀ ਨਿਊਟਰਲ ਹੁੰਦੀਆਂ ਜਾ ਰਹੀਆਂ, ਹਨਾ। ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ, ਕਿਵੇਂ ਛੋਟੀਆਂ ਹੋ ਰਹੀਆਂ, ਪਹਿਲਾਂ 4 ਹੁੰਦੇ ਸੀ, ਹੁਣ 3 ਦੇ ਉੱਤੇ ਆ ਗਏ ਨੇ। ਬਿਲਕੁਲ, ਸੋ ਉਹ ਚੀਜ਼ ਨੇ ਸਭ ਤੋਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਕੀਤੀ ਆ। ਜੇ ਅਸੀਂ ਸਾਡੇ ਸਿਸਟਮ ਨੂੰ ਸੈੱਟ ਕਰਨਾ ਚਾਹੁੰਦੇ ਹਾਂ, ਸਾਨੂੰ ਸਾਡੀਆਂ ਫੈਮਿਲੀ ਵੈਲਿਊਜ਼ ਨੂੰ ਸਮਝਣਾ ਪਊਗਾ, ਔਰ ਸਾਡੇ ਬੱਚੇ ਗਲਤ ਰਾਹ ਤੇ ਜਾਣਗੇ ਨਹੀਂ, ਪਰ ਇਸ ਤਰੀਕੇ ਨਾਲ ਨਹੀਂ ਜਿਹੜਾ ਤਰੀਕਾ ਇਹ ਆ। ਮੰਨ ਲਓ ਜੇ ਬੱਚਾ ਗਲਤ ਰਾਹ ਤੇ ਗਿਆ ਵੀ ਆ ਤਾਂ ਉਹਨੂੰ ਸਮਝਾ ਕੇ ਲਿਆਂਦਾ ਜਾ ਸਕਦਾ ਸੀ। ਕਿਉਂਕਿ ਇੱਕ ਪੰਜਾਬ ਦੀ ਉਹ ਸਾਈਕੋਲੋਜੀ ਵੀ ਤਾਂ ਹੈਗੀ ਆ ਨਾ ਕਿ ਪਿਓ ਦੀ ਪੱਗ ਨੂੰ ਦਾਗ ਲਾਤਾ ਕੁੜੀ ਨੇ, ਤਾਂ ਉਹ ਕਿਵੇਂ ਦਾਗ ਫਿਰ ਕਹਿੰਦੇ ਮਿਟਾਉਣਾ, ਤਾਂ ਉਹ ਫਿਰ ਦਾਗ ਤਾਂ ਕਹਿੰਦੇ ਮਰਡਰ ਕਰਕੇ ਹੀ ਮਿਟਿਆ। ਦਿਸ ਇਜ਼ ਨਾਟ ਦੀ ਵੇ। ਨਾਲੇ ਪੱਗ ਦਾ ਜੁਮਾ ਫਿਰ ਧੀਆਂ ਦੇ ਉੱਤੇ ਕਾਤੇ ਆ, ਪਿਓ ਦੇ ਉੱਤੇ, ਪੁੱਤਰ ਦੇ ਕਾਤੇ ਨਹੀਂਗਾ। ਇੱਜ਼ਤ ਦੀਆਂ ਬੇੜੀਆਂ ਫਿਰ ਸਾਡੇ ਗੱਲ ਦੇ ਵਿੱਚ ਹੀ ਕਿਉਂ ਪਾਈਆਂ ਜਾਂਦੀਆਂ ਨੇ? ਇਹ ਇੱਜ਼ਤ ਹੈ ਕੀ ਆ? ਅਸੀਂ ਤਾਂ ਫਿਰ ਉਸ ਇੱਜ਼ਤ ਨੂੰ ਤਾਂ, ਕਿ ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਤੋਂ ਕਿਉਂ ਐਕਸਪੈਕਟੇਸ਼ਨਸ ਹੁੰਦੀਆਂ ਇੱਜ਼ਤਾਂ ਦੀਆਂ? ਪੈਟਰੀਆਰਕੀਕਲ ਸਿਸਟਮ ਹੈ।
ਬਰਦਾਸ਼ਤ ਨਹੀਂ ਨਾ ਹੁੰਦਾ ਕਿ ਜਦੋਂ ਔਰਤ ਜੰਮਦੀ ਆ ਉਹ ਪਿਓ ਦੇ ਅਧੀਨ ਆ, ਥੋੜੀ ਜਿਹੀ ਵੱਡੀ ਹੁੰਦੀ ਆ ਉਹ ਭਰਾ ਦੇ ਅਧੀਨ ਆ, ਵਿਆਹ ਕਰ ਦਿੱਤਾ ਜਾਂਦਾ ਪਤੀ ਦੇ ਅਧੀਨ ਆ, ਮਾਂ ਬਣ ਜਾਂਦੀ ਆ ਪੁੱਤਰ ਦੇ ਅਧੀਨ ਆ, ਉਹ ਸਾਰੀ ਜ਼ਿੰਦਗੀ ਉਹਦੀ ਅਧੀਨਗੀ ਖਤਮ ਨਹੀਂ ਹੁੰਦੀ ਔਰ ਉਹਦੇ ਸਿਰ ਦੇ ਉੱਤੇ ਰਿਸਪੌਂਸਿਬਿਲਿਟੀ ਹੁੰਦੀ ਆ ਉਹਨਾਂ ਦੀ ਇੱਜ਼ਤ ਦੀ। ਔਰਤ ਦੀ ਇੱਜ਼ਤ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ, ਠੀਕ ਹੈ, ਇੱਜ਼ਤ ਉਹਨਾਂ ਦੀ ਹੁੰਦੀ ਆ ਮਰਦਾਂ ਦੀ। ਸੋ ਮੈਂ ਤਾਂ ਖੁੱਲ੍ਹ ਕੇ ਉਸ ਚੀਜ਼ ਦੇ ਵਿਰੁੱਧ ਹੈਗੀ ਆ ਔਰ ਸਾਨੂੰ ਉਸ ਦੇ ਖਿਲਾਫ ਡਟ ਕੇ ਆਵਾਜ਼ ਚੱਕਣੀ ਪਊਗੀ। ਪਰ ਤੁਹਾਨੂੰ ਇਦਾਂ ਵੀ ਜਾਪਦਾ ਹੈ ਕਿ ਕਈ ਥਾਵਾਂ ਦੇ ਉੱਤੇ ਔਰਤਾਂ ਵੀ ਗਲਤ ਹੋ ਜਾਂਦੀਆਂ ਨੇ? ਬਿਲਕੁਲ ਹੁੰਦੀਆਂ ਨੇ, ਕਿਉਂ ਨਹੀਂ ਹੁੰਦੀਆਂ? ਸਾਰੀ ਗਲਤ ਦੇਖੋ, ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਔਰ ਸਾਰੀਆਂ ਔਰਤਾਂ ਵੀ ਸਹੀ ਨਹੀਂ। ਈਵਨ ਜਿਹੜਾ ਆਪਾਂ ਇੱਕ ਸੂਡੋ ਫੈਮਿਨਿਜ਼ਮ ਚੱਲਦਾ ਵੀ ਔਰਤਾਂ ਆਪਣੇ ਆਪ ਨੂੰ ਹੀ ਉਹ ਦਿਖਾਈ ਜਾਂਦੀਆਂ, ਦਿਸ ਇਜ਼ ਨਾਟ ਦੀ ਫੈਮਿਨਿਜ਼ਮ। ਫੈਮਿਨਿਜ਼ਮ ਇਹ ਆ ਕਿ ਗੱਡੀ ਆ, ਗੱਡੀ ਦੇ ਦੋ ਪਹੀਏ ਨੇ, ਉਹ ਦੋਨੋਂ ਬਰਾਬਰ ਨੇ। ਅਸਲੀ ਫੈਮਿਨਿਜ਼ਮ ਬਰਾਬਰੀ ਮੰਗਦਾ ਆ, ਕਿਸੇ ਇੱਕ ਦਾ ਅੱਗੇ ਜਾਂ ਪਿੱਛੇ ਹੋਣਾ ਨਹੀਂ ਮੰਗਦਾ। ਸੋ ਆਹੀ ਚੀਜ਼ ਦੀ ਜਿਹੜੀ ਕਮੀ ਹੈਗੀ ਉਹ ਅੰਡਰਸਟੈਂਡਿੰਗ ਦੀ ਕਮੀ ਆ, ਉਹੀ ਪ੍ਰੋਬਲਮ ਕ੍ਰੀਏਟ ਕਰਦੀ ਆ। ਸੋ ਇਹੋ ਜਿਹਾ ਕੁਛ ਨਹੀਂਗਾ ਕਿ ਔਰਤਾਂ ਨਹੀਂ। ਔਰ ਸਾਡੀ ਸੁਸਾਇਟੀ ਦੇ ਵਿੱਚ ਯੈਸ ਦਿਸ ਇਜ਼ ਰਿਐਲਿਟੀ ਕਿ ਜੇ ਆਪਾਂ ਮਤਲਬ ਔਰਤ ਤੇ ਔਰਤ ਦੀ ਦੁਸ਼ਮਣ ਵਾਲਾ ਕੰਸੈਪਟ ਐਵੇਂ ਨਹੀਂ ਚੱਲਿਆ ਹੈਗਾ, ਉਹਦੇ ਪਿੱਛੇ ਮਤਲਬ ਰੀਜ਼ਨ ਹੁੰਦਾ। ਹੁਣੀ ਪਿੱਛੇ ਜੇ ਇੱਕ ਮੂਵੀ ਆਈ ਆ, ਨਾਮ ਭੁੱਲ ਗਿਆ, ਰਾਣੀ ਐਂਡ ਰੌਕੀ ਕੀ ਲਵ ਸਟੋਰੀ। ਉਹ ਜਦੋਂ ਦੇਖਦੇ ਆ ਉਹਦੇ ਵਿੱਚ ਇੱਕ ਔਰਤ ਹੀ ਔਰਤ ਨੂੰ ਨੀਵਾਂ ਦਿਖਾ ਕੇ ਔਰਤ ਦੀ ਵੈਲਿਊਜ਼ ਨੂੰ ਡੀਗ੍ਰੇਡ ਕਰਦੀ ਆ। ਉਹ ਆਪਣੇ ਪੁੱਤ ਨੂੰ ਸਿਖਾਉਂਦੀ ਆ ਕਿ ਤੂੰ ਆਪਣੀ ਵਾਈਫ ਨੂੰ ਗੁਲਾਮ ਬਣਾ ਕੇ ਰੱਖਣਾ, ਆਪਣੀ ਧੀ ਨੂੰ ਕੋਈ ਕੰਮ ਨਹੀਂ ਕਰਨ ਦੇਣਾ ਬਾਹਰ। ਸੋ ਇਹੋ ਜਿਹੀਆਂ ਔਰਤਾਂ ਵੀ ਹੈਗੀਆਂ ਨੇ। ਔਰਤ ਦੀਆਂ ਦੁਸ਼ਮਣ ਹੈ। ਔਰ ਅੱਜ ਦੇ ਟਾਈਮ ਦੇ ਵਿੱਚ ਜਿਸ ਤਰੀਕੇ ਨਾਲ ਇਹ ਵੀ ਇੱਕ ਕਲਚਰ ਚੱਲ ਗਿਆ, LGBT ਦੀ ਆਪਾਂ ਗੱਲ ਕਰ ਲਈਏ, ਔਰਤਾਂ ਨੂੰ ਹੀ ਪਸੰਦ ਕਰਨ ਲੱਗ ਗਈਆਂ, ਕਹਿੰਦੇ ਕਿਉਂਕਿ ਮਰਦ ਜਾਤ ਤੋਂ ਇੰਨੀ ਜ਼ਿਆਦਾ ਨਫ਼ਰਤ ਹੋ ਚੁੱਕੀ ਹੈ ਦੋਵੇਂ ਪਾਸੇ ਨਾ। ਮਰਦ ਇਹ ਤਾਂ ਆਮ ਸੌਰੀ ਟੂ ਸੇ, ਦੇਖੋ ਜਿਹੜਾ ਤਾਂ ਹੈਗਾ ਸਾਡਾ ਇਹ ਜਿਹੜਾ ਭਾਈਚਾਰਾ ਹੈ ਨਾ, ਉਹਨਾਂ ਨਾਲ ਨੇਚਰ ਨਹੀਂ ਉਹੋ ਜਿਹੀ ਕਰਤੀ ਕਿ ਉਹ ਅਲੱਗ ਆ। ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਨਾਲ ਨਾ ਜੈਨੇਟਿਕਲ ਖਿਲਵਾੜ ਹੋ ਰਿਹਾ ਇਸ ਜਗ੍ਹਾ ਦੇ ਉੱਤੇ। ਆਈ ਐਮ ਰੀਅਲੀ ਵੈਰੀ ਸੌਰੀ, ਮੈਂ ਇਸ ਮਾਮਲੇ 'ਚ ਬਹੁਤ ਮਾਡਰਨ ਨਹੀਂ ਹੈਗੀ। ਮੈਨੂੰ ਲੱਗਦਾ ਕਿ ਇੱਥੇ ਕਨਸਪੀਰੈਂਸੀ ਥਿਊਰੀ ਬਿਲਕੁਲ ਸਹੀ ਆ ਕਿ ਆਬਾਦੀ ਘਟਾਉਣ ਦੀ ਖਾਤਰ ਜੈਨੇਟਿਕ ਚੇਂਜ ਕੀਤੇ ਜਾ ਰਹੇ ਆ ਕਿ ਮੇਲ ਨਾਲ ਰਹੇਗਾ, ਫੀਮੇਲ ਨਾਲ ਰਹੇਗੀ ਤਾਂ ਆਬਾਦੀ ਨਹੀਂ ਵਧੂਗੀ। ਸੋ ਕਿਉਂਕਿ ਜਿਹੜੀ ਇਹ ਲੜਾਈ ਸੀਗੀ, ਜਦੋਂ ਆਪਾਂ ਇੱਥੇ ਰਾਈਟਸ ਦੀ ਗੱਲ ਵੀ ਕਰੀਏ ਤਾਂ ਉਹ ਜਿਹੜਾ ਹਿਜੜਾ ਭਾਈਚਾਰਾ ਸੀ, ਜਿਹਨੂੰ ਆਪਾਂ ਇੰਟਰਸੈਕਸ਼ਨ ਕਹਿੰਦੇ ਆ, ਟਰਾਂਸਜੈਂਡਰ ਨਹੀਂ ਕਹਿੰਦੇ, ਇੰਟਰਜੈਂਡਰ ਕਹਿੰਦੇ ਆ, ਜਿਹਨੂੰ ਇੰਟਰਸੈਕਸ ਕਹਿੰਦੇ ਆ, ਠੀਕ ਹੈ। ਇੱਕ ਟਰਾਂਸੈਕਸ ਹੁੰਦਾ ਆ ਜਿਹੜਾ ਬਦਲਦਾ ਆ ਆਪਣੇ ਆਪ ਨੂੰ, ਜਿਹਦੇ ਮੇਲ ਦੇ ਅੰਦਰ ਫੀਮੇਲ ਹਾਰਮੋਨ ਆ, ਤੇ ਇੱਕ ਹੁੰਦੇ ਆ ਜਿਹੜੇ ਇੰਟਰ, ਜਿਨ੍ਹਾਂ ਦੇ ਅੰਦਰ ਹੀ ਕੋਈ ਨਾ ਕੋਈ ਜਿਹੜੀ ਆਪਾਂ ਕਹਿ ਲਓ ਕਿ ਰੱਬ ਵੱਲੋਂ ਹੀ ਜੋ ਨੈਚੁਰਲ ਜਿਹੜੀ ਪਾਈ ਜਾਂਦੀ ਆ। ਹੁਣ LGBT ਇੱਦਾਂ ਦੇ ਤੁਸੀਂ ਨੇਚਰ 'ਚ ਕਿਸੇ ਹੋਰ ਦੇ ਵਿੱਚ ਦੇਖਦੇ ਹੋ ਕਿ ਕੋਈ ਹੋਰ ਜਾਨਵਰ ਆ ਜਿਹੜਾ ਮੇਲ ਨਾਲ ਰਹਿ ਰਿਹਾ, ਫੀਮੇਲ ਨਾਲ ਰਹਿ ਰਹੀ ਆ? ਇਹ ਸਾਡੇ ਵਾਲਿਆਂ ਦੇ ਵਿੱਚ ਹੀ ਆ। ਸੋ ਇਹ ਮੈਨੂੰ ਲੱਗਦਾ ਵੈਸਟ ਤੋਂ ਬਹੁਤ ਜ਼ਿਆਦਾ, ਇਹ ਵੈਸਟ ਉਹੀ ਕਹਿ ਰਹੀ ਹੈ ਨਾ, ਇਹ ਕਨਸਪੀਰੈਂਸੀ ਥਿਊਰੀ ਦਾ ਜਿਹੜਾ ਨਿਊ ਵਰਲਡ ਆਰਡਰ ਆ ਉਹਦਾ ਹਿੱਸਾ ਹੋ ਸਕਦਾ। ਮੈਂ ਇਹ ਤੇ ਕਨਸਪੀਰੈਂਸੀ ਥਿਊਰੀ ਨੂੰ ਮੰਨਦੀ ਹਾਂ, ਤੇ ਮੈਂ ਮੰਨਦੀ ਹਾਂ ਕਿ ਇਹ ਜੈਨੇਟਿਕਲ ਚੇਂਜ ਕੀਤਾ ਗਿਆ ਆ। ਹੋ ਸਕਦਾ ਕਿ ਮੈਂ ਕਿਸੇ ਨਾਲ ਗੱਲ ਕਰ ਰਹੀ ਸੀ, ਉਹਨਾਂ ਨੇ ਇਸ ਚੀਜ਼ ਤੇ ਬਹੁਤ ਵਰਕ ਕੀਤਾ। ਉਹ ਕਹਿੰਦੇ ਕਿ ਜਿਹੜੇ ਸਾਨੂੰ ਬੱਚਿਆਂ ਨੂੰ ਸਟਾਰਟਿੰਗ ਦੇ ਵਿੱਚ ਕੁਛ ਵੈਕਸੀਨੇਸ਼ਨਸ ਲੱਗਦੀਆਂ ਨੇ, ਉਹਨਾਂ ਦੇ ਵਿੱਚ ਇਹੋ ਜਿਹਾ ਜਿਹੜਾ ਹੈਗਾ ਆ ਕਿ ਕੁਛ ਵੈਕਸੀਨੇਸ਼ਨ ਆ ਜਿਹੜੀਆਂ ਮਤਲਬ ਸਾਇੰਟੀਫਿਕਲੀ ਉਹ ਬੱਚੇ ਦੇ ਜਿਹੜੇ ਸੈੱਲ, ਜਿਹੜਾ ਬੱਚਾ ਇਨਬੋਰਨ ਹੁੰਦਾ ਉਹਦੇ ਸੈੱਲ ਤੋਂ ਬਣਦੇ ਨੇ। ਤੇ ਜੇ ਉਹ ਫੀਮੇਲ ਵਾਲਾ ਜਿਹੜਾ ਹੈਗਾ ਆ, ਉਹ ਜੇ ਤਾਂ ਫੀਮੇਲ ਨੂੰ ਹੀ ਲੱਗ ਗਈ ਆ ਉਹ ਵੈਕਸੀਨੇਸ਼ਨ ਜਿਹੜੀ ਹੁੰਦੀ ਆ, ਉਹ ਤਾਂ ਠੀਕ ਰਹੇਗੀ। ਜੇ ਉਹ ਮੇਲ ਨੂੰ ਲੱਗ ਗਈ ਉਹਦੇ ਵਿੱਚ ਫੀਮੇਲ ਕੁਆਲਿਟੀਜ਼ ਆ ਜਾਣਗੀਆਂ। ਮਤਲਬ ਹਜੇ ਕੱਚੀ ਪੱਕੀ ਹੈ, ਇਸ ਲਈ ਮੈਨੂੰ ਵੀ ਪ੍ਰੋਪਰ ਨਹੀਂ ਮੈਂ ਤੁਹਾਨੂੰ, ਬਟ ਮੈਨੂੰ ਲੱਗਦਾ ਕਿ ਇਹ ਚੀਜ਼ ਹੋਊਗੀ। ਤੇ ਇਸ ਕਰਕੇ ਉਹ ਆਪਾਂ ਕਈ ਇਹੋ ਜਿਹੇ ਵਾਇਰਸ ਦੇਖਦੇ ਹਾਂ, ਕਈ ਇਹੋ ਜਿਹੇ ਬੈਕਟੀਰੀਆਜ਼ ਦੇਖਦੇ ਹਾਂ ਜਿਹੜੇ ਸਾਡੀ ਬਾਡੀ ਦੇ ਵਿੱਚ ਸਲੀਪਿੰਗ ਸਟੇਜ ਦੇ ਵਿੱਚ ਪਏ ਰਹਿੰਦੇ ਆ, ਬਟ ਇੱਕਦਮ ਆ ਕੇ ਟ੍ਰਿਗਰ ਕਰਦੇ ਆ। ਸੋ ਮੈਨੂੰ ਲੱਗਦਾ ਕਿ ਉਹ ਜਦੋਂ ਜਵਾਨ ਹੁੰਦੇ ਆ ਉਹਨਾਂ ਦੇ ਉਹ ਹਾਰਮੋਨਸ ਫੀਮੇਲ ਵਾਲੇ ਐਕਟੀਵੇਟ ਹੋ ਜਾਂਦੇ ਆ, ਟ੍ਰਿਗਰ ਹੋ ਜਾਂਦੇ ਆ। ਤੇ ਫਿਰ ਬਟ ਇਹਦੇ ਵਿੱਚ ਵੀ ਕਿਸੇ ਦਾ ਪ੍ਰੋਪਰ ਸਿਸਟਮ ਚੇਂਜ ਕਰਨ ਦੇ ਨਾਲੋਂ ਮੈਨੂੰ ਲੱਗਦਾ ਕਿ ਉਹਨੂੰ ਜੇ ਮੇਲ ਆ ਤਾਂ ਉਹਨੂੰ ਮੇਲ ਹਾਰਮੋਨਸ ਦੇ ਕੇ ਸੈੱਟ ਕੀਤਾ ਜਾ ਸਕਦਾ ਆ। ਤਾਂ ਮੇਰੀ ਇਹ ਗੱਲਾਂ ਸ਼ਾਇਦ ਦੂਜੇ ਲੋਕਾਂ ਨੂੰ ਨਾ ਵੀ ਪਸੰਦ ਆਉਣਗੀਆਂ, ਬਟ ਇੱਥੇ ਮੇਰੀ ਆਈਡੀਓਲੋਜੀ ਇਹ ਆ ਕਿ ਸਾਨੂੰ ਨੇਚਰ ਦੇ ਅਕੋਰਡਿੰਗ ਚੱਲਣਾ ਚਾਹੀਦਾ ਆ। ਨੇਚਰ ਸਾਨੂੰ ਜੇ ਮੇਲ ਤੇ ਫੀਮੇਲ ਦੋ ਜਿਹੜੇ ਸੈਕਸ ਹੈਗੇ ਆ ਉਹ ਕੰਸੀਡਰ ਕਰਦੀ ਆ। ਸੋ ਇਹ ਜਿਹੜੇ ਨਵੇਂ ਹੀ ਬਣ ਗਏ, ਕਿਸੇ ਨੂੰ ਪਤਾ ਹੀ ਨਹੀਂ ਕੋਈ ਬਾਇਸੈਕਸ਼ੂਅਲ ਆ,
ਸੋ ਕਿਉਂਕਿ ਜਿੰਨੇ ਐਡਵਾਂਸ ਹੁੰਦੇ ਜਾ ਰਹੇ ਆ ਉਨੀਆਂ ਕਦਰਾਂ ਕੀਮਤਾਂ ਵੀ ਭੁੱਲਦੇ ਜਾ ਰਹੇ ਆ। ਉਹ ਹਾਰਮੋਨਸ ਨਾਲ ਖਿਲਵਾੜ ਲੱਗਦਾ ਆ ਮੈਨੂੰ। ਓਵਰਆਲ ਵੀ ਨਾ ਆਪਾਂ ਗੱਲ ਕਰੀਏ, ਆਈ ਨੈਵਰ ਡਿਫੈਂਡਡ ਕਿ ਆ ਜਿਹੜਾ ਸੁਪਰੀਮ ਕੋਰਟ 'ਚ ਚੱਲਿਆ ਸੀਗਾ ਕਿ ਸੇਮ ਸੈਕਸ ਮੈਰਿਜ, ਆਈ ਡੋਨਟ ਸਪੋਰਟ ਹਾਲਾਂਕਿ ਦੈਟ। ਕੈਨੇਡਾ 'ਚ ਤਾਂ ਉਹਨੂੰ ਸੈਲੀਬ੍ਰੇਟ ਕਰਦੇ ਆ, ਹਨਾ, ਬਾਹਰ ਸਾਰੇ ਪਾਸੇ ਸਾਡੇ ਵੀ ਆਪਣੇ ਵੀ ਸੈਲੀਬ੍ਰੇਟ ਕਰਦੇ ਆ, ਬਟ ਉਹਦੇ ਵਿੱਚ ਉਹਨਾਂ ਲੋਕਾਂ ਦਾ ਕਸੂਰ ਨਹੀਂਗਾ। ਮੈਂ ਉਹੀ ਕਹੂੰਗੀ ਉਹਨਾਂ ਦੇ ਨਾਲ ਜੈਨੇਟਿਕ ਖਿਲਵਾੜ ਕੀਤਾ ਗਿਆ ਆ, ਚਾਹੇ ਵੈਕਸੀਨੇਸ਼ਨ ਦੇ ਥਰੂ ਲਾ ਲਓ ਜਾਂ ਕਿਵੇਂ ਵੀ ਲਗਾ ਲਓ। ਜੀ ਜੀ ਜੀ। ਸੋ ਸਾਨੂੰ ਉਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ। ਤਾਂ ਚਰਚਾ ਆਪਣੀ ਵੈਸੇ ਉਧਰੋਂ ਦੀ ਇੱਧਰ ਆ ਗਈ ਹੈ ਤੇ ਬਿਲਕੁਲ ਐਂਡ 'ਚ ਵਾਈਂਡ ਅਪ ਆਪਾਂ ਉਸੇ ਗੱਲ ਨਾਲ ਕਰਦੇ ਹਾਂ, ਕਿਉਂਕਿ ਮਾੜੀ ਘਟਨਾ ਹੋਈ ਹੈ ਨਾ, ਔਰ ਅੱਗੇ ਨਾ ਵਾਪਰੇ ਇਸ ਦੇ ਵਾਸਤੇ ਜ਼ਰੂਰ ਸਰਕਾਰਾਂ ਨੂੰ ਵੀ ਕਦਮ ਚੁੱਕਣਾ ਚਾਹੀਦਾ ਹੈ, ਔਰ ਆਪਸ ਸਮਾਜ ਨੂੰ ਵੀ ਮੈਨੂੰ ਲੱਗਦਾ ਕਿ ਆਪਸ ਗੱਲਬਾਤ ਇਸ ਦੇ ਉੱਤੇ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ। ਈਵਨ ਮੈਨੂੰ ਲੱਗਦਾ ਕਿ ਜਿਹੜੀ ਆ ਜੋ ਚੀਜ਼ ਹੈਗੀ ਆ, ਜੋ ਕਮੈਂਟਿੰਗ ਹੋ ਰਹੀ ਆ, ਮੀਡੀਆ ਟ੍ਰਾਇਲ ਹੋ ਰਿਹਾ, ਸਰਕਾਰ ਨੂੰ ਇਹ ਚੀਜ਼ ਬੰਦ ਕਰਵਾਉਣੀ ਚਾਹੀਦੀ ਆ। ਤੁਸੀਂ ਸਰਕਾਰਾਂ ਸਾਡੀਆਂ ਕੀ ਕਰਦੀਆਂ ਨੇ ਕਿ ਜਦੋਂ ਸਰਕਾਰਾਂ ਦੀਆਂ ਕਮੀਆਂ ਦੇ ਵਿਰੁੱਧ ਕੋਈ ਚੈਨਲ ਬੋਲਦਾ ਆ, ਉਹਦੀ ਆਵਾਜ਼ ਤਾਂ ਬੰਦ ਕਰ ਦਿੱਤੀ ਜਾਂਦੀ ਆ, ਪਰ ਸਰਕਾਰਾਂ ਇਹੋ ਜੀ ਜਿਹੜੀ ਚੀਜ਼ ਆ ਉਹਨੂੰ ਚੱਲਣ ਦਿੰਦੀਆਂ ਨੇ। ਇਹ ਸਾਡੇ ਸਮਾਜ ਨੂੰ ਗੰਦਾ ਕਰਦੀਆਂ ਨੇ ਚੀਜ਼ਾਂ। ਸਾਡਾ ਸਮਾਜ ਇਹ ਨਹੀਂ ਹੈਗਾ। ਸਾਡਾ ਸਮਾਜ ਉਹ ਆ ਜਿਹੜਾ ਵੈਲਿਊਜ਼ ਦੇ ਉੱਤੇ ਚੱਲਦਾ, ਕਦਰਾਂ ਕੀਮਤਾਂ ਤੇ ਚੱਲਦਾ ਆ, ਤੇ ਸਾਡੀਆਂ ਕਦਰਾਂ ਕੀਮਤਾਂ ਕਦੇ ਵੀ ਸਾਨੂੰ ਇਹੋ ਜੀ ਅਣਖ ਨੂੰ ਪਾਲਣ ਲਈ ਨਹੀਂ ਕਹਿੰਦੀਆਂ ਹੈਗੀਆਂ। ਸੋ ਮੈਨੂੰ ਲੱਗਦਾ ਕਿ ਵੀ ਕਹਿਣਗੇ ਕਿ ਇਹ ਫਰੀडम ਆਫ ਸਪੀਚ ਹੈ ਸਾਡੀ, ਅਸੀਂ ਜੇ ਆਪਣਾ ਪੱਖ ਰੱਖ ਰਹੇ ਹਾਂ, ਆਪਣੇ ਵਿਚਾਰ ਰੱਖ ਰਹੇ ਹਾਂ, ਸਾਡੀ ਫਰੀडम ਆਫ ਸਪੀਚ ਹੈ। ਫਰੀडम ਆਫ ਸਪੀਚ ਕਦੇ ਵੀ ਤੁਹਾਨੂੰ ਕ੍ਰਾਈਮ ਨੂੰ ਪ੍ਰੋਤਸ਼ਾਹਿਤ ਕਰਨ ਦੀ, ਐਨਕਰੇਜ ਕਰਨ ਦੀ ਆਜ਼ਾਦੀ ਨਹੀਂ ਦਿੰਦੀ। ਫਰੀडम ਆਫ ਸਪੀਚ ਤੇ ਵੀ ਰਿਸਟ੍ਰਿਕਸ਼ਨਸ ਹੈਗੀਆਂ ਨੇ। ਉਹ ਜਿਹੜੀਆਂ ਰੀਜ਼ਨੇਬਲ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਉਹ ਇਹੀ ਹੁੰਦੀਆਂ ਨੇ ਕਿ ਤੁਸੀਂ ਆਪਣੀ ਸਪੀਚ ਦੇ ਨਾਲ ਕਿਸੇ ਕ੍ਰਾਈਮ ਨੂੰ ਵਧਾ ਨਹੀਂ ਸਕਦੇ ਹੈਗੇ, ਉਹਨੂੰ ਵੜਾਵਾ ਨਹੀਂ ਦੇ ਸਕਦੇ। ਸੋ ਇੱਕ ਕ੍ਰਾਈਮ ਨੂੰ ਜਸਟੀਫਾਈ ਕਰਨਾ ਥਰੂ ਮੀਡੀਆ ਟ੍ਰਾਇਲ, ਦਿਸ ਇਜ਼ ਰੋਂਗ। ਕਿਉਂਕਿ ਦੇਖਿਆ ਜਿੰਨੀ ਵੀ ਪੋਸਟ ਪਾਈਆਂ ਸਾਰੇ ਚੈਨਲਸ ਦੀ ਮੈਂ ਦੇਖੀਆਂ, ਨੋਟ ਮੈਂ ਕੀਤੀ, ਲਾਈਕਸ ਇੰਨੇ ਜ਼ਿਆਦਾ ਸੀ, ਕਮੈਂਟਸ ਇੰਨੇ ਜ਼ਿਆਦਾ ਸੀਗੇ, ਔਰ ਕਮੈਂਟਸ ਤਾਂ ਫਿਰ ਸਾਰੇ ਸੀ ਹੀ ਉਸ ਪਿਤਾ ਦੇ ਹੱਕ ਦੇ ਵਿੱਚ ਜਿਨ੍ਹਾਂ ਨੇ ਕਤਲ ਕੀਤਾ। ਬਿਕਾਜ਼ ਹੀ ਵਾਸ ਫਾਦਰ। ਪਿਓ ਦਾ ਦਰਜਾ ਬਹੁਤ ਉੱਚਾ ਹੁੰਦਾ। ਰੱਬ ਤੋਂ ਬਾਅਦ ਮਾਂ ਤੇ ਬਾਪ ਹੀ ਆਉਂਦੇ ਨੇ, ਠੀਕ ਹੈ। ਸੋ ਬਾਪ ਗਲਤ ਵੀ ਕਰਦਾ, ਉਹਨੂੰ ਤਾਂ ਵੀ ਸਮਾਜ ਸਹੀ ਹੋਈ ਦੱਸਦਾ ਆ। ਔਰ ਇੱਥੇ ਤੱਕ ਕਨਸੈਪਟ ਹੀ ਨਾਲ ਇੱਜ਼ਤ ਦਾ ਆ ਗਿਆ ਨਾ। ਦਿੱਕਤ ਇਹ ਆ। ਬਹੁਤ ਧੰਨਵਾਦ ਤੁਹਾਡਾ ਗੱਲਬਾਤ ਦੇ ਲਈ, ਤੁਸੀਂ ਆਏ, ਆਪਣੀ ਗੱਲਬਾਤ ਸਾਂਝੀ ਕੀਤੀ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਥੈਂਕ ਯੂ।